ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਨੇ ਇੱਕ ਵਾਰ ਤੋਂ ਫਿਰ ਚੈਨਲ ਉੱਤੇ। ਤਾਂ ਇਸ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਪ੍ਰੈਜ਼ੀਡੈਂਟ ਆਫ ਇੰਡੀਆ ਦਾ ਥਰਡ ਪਾਰਟ, ਜਿਸ ਦੇ ਵਿੱਚ ਆਪਾਂ ਪ੍ਰੈਜ਼ੀਡੈਂਟ ਦੀਆਂ ਜੋ ਸਪੈਸ਼ਲ ਪਾਵਰਸ ਨੇ ਜਿਵੇਂ ਕਿ ਵੀਟੋ ਪਾਵਰ ਅਤੇ ਐਮਰਜੈਂਸੀ ਪਾਵਰ, ਸਿਰਫ ਉਹਨਾਂ ਨੂੰ ਹੀ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਪ੍ਰੈਜ਼ੀਡੈਂਟ ਦੇ ਨਾਲ ਰਿਲੇਟਡ ਕੁਝ ਆਰਟੀਕਲ ਅਤੇ ਇਸ ਤੋਂ ਇਲਾਵਾ ਪ੍ਰੈਜ਼ੀਡੈਂਟ ਦੀਆਂ ਜਿਹੜੀਆਂ ਪਾਵਰਸ ਨੇਗੀਆਂ ਜੋ ਖਾਸ ਵੀ ਹੈ ਅਤੇ ਕੁਝ ਕਹਿ ਸਕਦੇ ਹਾਂ ਆਮ ਵੀ ਸੀਗੀਆਂ, ਉਹ ਆਪਾਂ ਪਹਿਲੇ ਸੈਕੰਡ ਪਾਰਟ ਦੇ ਵਿੱਚ ਡਿਸਕਸ ਕਰ ਲਿੱਤੀਆਂ ਸੀ। ਥਰਡ ਦੇ ਵਿੱਚ ਜਿਹੜੀਆਂ ਵਿਸ਼ੇਸ਼ ਸ਼ਕਤੀਆਂ ਨੇ ਜੋ ਕਿ ਸਿਰਫ ਤੇ ਸਿਰਫ ਇਕੱਲੇ ਰਾਸ਼ਟਰਪਤੀ ਕੋਲੇ ਨੇ, ਉਹਨਾਂ ਦੇ ਬਾਰੇ ਆਪਾਂ ਚਰਚਾ ਕਰਾਂਗੇ। ਓਕੇ, WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਅਤੇ ਥਿਊਰੀ ਕਲਾਸਿਸ ਦੇਖਣ ਦੇ ਲਈ ਤੁਸੀਂ ਰਮਨ ਇੰਸਟੀਚਿਊਟ ਦੀ ਜੋ ਐਪ ਆ ਪਲੇ ਸਟੋਰ ਤੋਂ ਉਹ ਡਾਊਨਲੋਡ ਕਰ ਸਕਦੇ ਹੋ। ਓਕੇ, ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ ਆਪਾਂ। ਸੋ ਕਾਫੀ ਇੰਪੋਰਟੈਂਟ ਹੈ ਜੀ, ਇਸ ਦੇ ਵਿੱਚੋਂ ਕਾਫੀ ਸਾਰੇ ਜਿਹੜੇ ਕੁਐਸਚਨਸ ਤੁਹਾਡੇ ਆਉਂਦੇ ਰਹਿੰਦੇ ਹੈਗੇ, ਸੋ ਇਸ ਨੂੰ ਧਿਆਨ ਦੇ ਨਾਲ ਜਿਹੜਾ ਹੈ ਚੈਪਟਰ ਨੂੰ ਸਮਝਣਾ ਹੈ। ਕਾਫੀ ਵੱਡਾ ਚੈਪਟਰ ਵੈਸੇ ਹੋ ਗਿਆ ਹੈ ਕਿਉਂਕਿ ਮੈਂ ਛੋਟੇ ਛੋਟੇ ਪਾਰਟਸ ਦੇ ਵਿੱਚ ਇਸ ਨੂੰ ਡਿਵਾਈਡ ਕਰ ਦਿੱਤਾ ਸੀਗਾ ਤਾਂ ਕਿ ਸਮਝਣਾ ਆਸਾਨ ਹੋ ਜਾਵੇ ਅਤੇ ਇਸ ਤੋਂ ਇਲਾਵਾ ਹਰ ਇੱਕ ਆਰਟੀਕਲ ਅਤੇ ਹਰ ਇੱਕ ਲਾਈਨ ਜੋ ਐਗਜ਼ਾਮ ਦੇ ਵਿੱਚ ਆਉਂਦੀ ਹੈ ਉਹ ਤੁਹਾਡੀ ਕਵਰ ਹੋ ਸਕੇ, ਇਸ ਲਈ ਇਸ ਨੂੰ ਆਪਾਂ 4 ਪਾਰਟ ਦੇ ਵਿੱਚ ਜਿਹੜਾ ਉਹ ਡਿਵਾਈਡ ਕਰ ਲਿੱਤਾ ਹੈ। ਓਕੇ, ਤਾਂ ਸ਼ੁਰੂਆਤ ਕਰਦੇ ਹਾਂ ਅੱਜ ਕਿ ਰਾਸ਼ਟਰਪਤੀ ਦੀ ਜਿਹੜੀ ਵੀਟੋ ਸ਼ਕਤੀ ਹੈ ਜਿਹਨੂੰ ਕਿ ਵੀਟੋ ਪਾਵਰ ਕਹਿੰਦੇ ਆ, ਸੋ ਇਹ ਕੀ ਹੁੰਦਾ ਹੈ ਜੀ। ਸੋ ਜਿਵੇਂ ਕਿ ਆਪਾਂ ਦੇਖੀਏ ਕਿ ਹਰੇਕ ਦੇਸ਼ ਦੇ ਵਿੱਚ ਕਾਰਜਪਾਲਿਕਾ ਹੁੰਦੀ ਹੈਗੀ ਅਤੇ ਕਾਰਜਪਾਲਿਕਾ ਦਾ ਜਿਹੜਾ ਮੁਖੀ ਹੈ ਉਹ ਅਕਸਰ ਹੀ ਜਾਂ ਤਾਂ ਰਾਸ਼ਟਰਪਤੀ ਹੁੰਦਾ ਹੈ ਅਤੇ ਜਾਂ ਫਿਰ ਰਾਜਾ ਜਾਂ ਰਾਣੀ ਹੁੰਦੇ ਹੈਗੇ। ਸੋ ਉਹਨਾਂ ਦੇ ਦੁਆਰਾ ਜਾਣੀ ਕਿ ਜਿਹੜੀ ਕਾਰਜਪਾਲਿਕਾ ਹੁੰਦੀ ਹੈਗੀ ਜਦੋਂ ਕੋਈ ਵਿਧਾਨ ਮੰਡਲ ਕਾਨੂੰਨ ਪਾਸ ਕਰਦੀ ਹੈਗੀ ਤਾਂ ਉਸ ਸਥਿਤੀ ਦੇ ਵਿੱਚ ਜਿਹੜਾ ਬਿੱਲ ਵਿਧਾਨ ਸਭਾ ਨੇ ਪਾਸ ਕੀਤਾ ਹੁੰਦਾ ਹੈਗਾ ਉਸ ਨੂੰ ਰੋਕਣ ਦੀ ਜਿਹੜੀ ਸ਼ਕਤੀ ਹੁੰਦੀ ਹੈ, ਜਿਸ ਦੇ ਥਰੂ ਰਾਸ਼ਟਰਪਤੀ ਵਿਧਾਨ ਸਭਾ, ਲੋਕ ਸਭਾ ਜਾਂ ਸੰਸਦ ਦੇ ਦੁਆਰਾ ਕਿਸੇ ਵੀ ਬਿੱਲ ਨੂੰ ਜਿਹੜਾ ਕਿ ਉਹਨਾਂ ਦੇ ਦੁਆਰਾ ਪਾਸ ਕੀਤਾ ਹੈ ਉਹਨੂੰ ਰੋਕ ਸਕਦਾ ਹੁੰਦਾ। ਅਤੇ ਇਸੇ ਤਰ੍ਹਾਂ ਇਸ ਬਿੱਲ ਨੂੰ ਰੋਕਣ ਦੀ ਸ਼ਕਤੀ ਨੂੰ ਹੀ ਰਾਸ਼ਟਰਪਤੀ ਦੀ ਵੀਟੋ ਪਾਵਰ ਦੇ ਨਾਮ ਨਾਲ ਜਾਣਿਆ ਜਾਂਦਾ, ਜਾਣੀ ਕਿ ਕਿਸੇ ਵੀ ਬਿੱਲ ਨੂੰ ਰੋਕਣ ਦੀ ਜਿਹੜੀ ਸ਼ਕਤੀ ਰਾਸ਼ਟਰਪਤੀ ਦੇ ਕੋਲੇ ਹੋਵੇਗੀ ਉਸੇ ਨੂੰ ਹੀ ਵੀਟੋ ਪਾਵਰ ਦਾ ਨਾਮ ਦਿੱਤਾ ਜਾਂਦਾ ਹੈ। ਇਹ ਦੋ ਕਾਰਨਾਂ ਕਰਕੇ ਜਿਹੜਾ ਸ਼ਕਤੀ ਉਸ ਦੇ ਕੋਲੇ ਰਹਿੰਦੀ ਹੈਗੀ। ਪਹਿਲਾ ਕਾਰਨ ਇਹ ਹੁੰਦਾ ਹੈ ਕਿ ਜੇਕਰ ਵਿਧਾਨ ਸਭਾ ਕੋਈ ਅਜਿਹਾ ਕਾਨੂੰਨ ਬਣਾਵੇ ਜੋ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੋਵੇ, ਯਾਨੀ ਕਿ ਸੰਵਿਧਾਨ ਦੇ ਮੂਲ ਢਾਂਚੇ ਦੇ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਕਰਦਾ ਹੋਵੇ, ਤਾਂ ਉਸ ਸਥਿਤੀ ਦੇ ਵਿੱਚ ਰਾਸ਼ਟਰਪਤੀ ਉਸ ਬਿੱਲ ਨੂੰ ਰੋਕ ਸਕਦਾ ਹੁੰਦਾ ਹੈ। ਦੂਜੀ ਸਥਿਤੀ ਉਹ ਹੁੰਦੀ ਹੈ ਜਦੋਂ ਵਿਧਾਨ ਸਭਾ ਕੋਈ ਕਾਨੂੰਨ ਜਿਹੜਾ ਹੈ ਠੀਕ ਹੈ ਪਾਸ ਕਰ ਦੇਵੇ ਅਤੇ ਕੁਝ ਪਹਿਲੂਆਂ 'ਤੇ ਢੁਕਵੀਂ ਵਿਚਾਰ ਚਰਚਾ ਜਾਂ ਵਿਚਾਰ ਵਟਾਂਦਰਾ ਨਹੀਂ ਹੋਇਆ ਹੁੰਦਾ, ਯਾਨੀ ਕਿ ਉਸ ਨੂੰ ਜਲਦੀ ਦੇ ਵਿੱਚ ਕਾਨੂੰਨ ਜਿਹੜਾ ਉਹ ਪਾਸ ਕਰ ਦਿੱਤਾ ਹੈ, ਤਾਂ ਉਸ ਨੂੰ ਸੁਧਾਰਨ ਦੇ ਲਈ ਜਿਹੜਾ ਜਾਂ ਉਸ ਦੇ ਵਿੱਚ ਸੁਧਾਰ ਕਰਨ ਦੇ ਲਈ ਰਾਸ਼ਟਰਪਤੀ ਉਸ ਬਿੱਲ ਨੂੰ ਕੁਝ ਸਮੇਂ ਦੇ ਲਈ ਆਪਣੇ ਕੋਲੇ ਰੋਕ ਸਕਦਾ ਹੁੰਦਾ ਹੈ। ਤਾਂ ਇਹ ਦੋ ਕੰਡੀਸ਼ਨਾਂ ਨੇਗੀਆਂ ਜਿਸ ਦੇ ਥਰੂ ਰਾਸ਼ਟਰਪਤੀ ਕਿਸੇ ਬਿੱਲ ਨੂੰ ਰੋਕ ਸਕਦਾ ਹੈਗਾ ਅਤੇ ਉਹਦੇ ਵਿੱਚ ਸੋਧ ਕਰਵਾ ਸਕਦਾ ਹੈ। ਜਾਂ ਤਾਂ ਉਹਨੂੰ ਬਿਲਕੁਲ ਹੀ ਰੋਕ ਲਵੇਗਾ ਅਤੇ ਜਾਂ ਫਿਰ ਉਸ ਦੇ ਵਿੱਚ ਸੋਧ ਕਰਾ ਕੇ ਉਸ ਨੂੰ ਪਾਸ ਕਰ ਦੇਵੇਗਾ। ਤਾਂ ਦੋ ਕੰਡੀਸ਼ਨਾਂ ਆਪਾਂ ਪੜ੍ਹੀਆਂ ਨੇ, ਜੇ ਤਾਂ ਸੰਵਿਧਾਨ ਦੇ ਮੂਲ ਢਾਂਚੇ ਦੇ ਵਿੱਚ ਕੋਈ ਪਰਿਵਰਤਨ ਹੋ ਚੁੱਕਿਆ ਹੈ ਉਸ ਬਿੱਲ ਦੇ ਨਾਲ, ਤਦ ਉਸ ਨੂੰ ਰੋਕ ਲਿੱਤਾ ਜਾਊਗਾ, ਜਾਂ ਫਿਰ ਉਸ ਬਿੱਲ ਨੂੰ ਪਾਸ ਕਰਨ ਦੇ ਸਮੇਂ ਕੋਈ ਢੁਕਵੀਂ ਵਿਚਾਰਧਾਰਾ ਜਿਹੜੀ ਹੈ ਜਾਂ ਵਿਚਾਰ ਵਟਾਂਦਰਾ ਜਿਹੜਾ ਉਹ ਨਹੀਂ ਹੋ ਪਾਇਆ, ਜਲਦੀ ਦੇ ਵਿੱਚ ਉਹ ਬਿੱਲ ਪਾਸ ਕਰ ਦਿੱਤਾ ਅਤੇ ਰਾਸ਼ਟਰਪਤੀ ਨੂੰ ਲੱਗਿਆ ਕਿ ਇਸ ਦੇ ਵਿੱਚ ਕੁਝ ਕਮੀਆਂ ਨੇ, ਤਾਂ ਉਹਨੂੰ ਸੁਧਾਰਨ ਦੇ ਲਈ ਜਿਹੜਾ ਰਾਸ਼ਟਰਪਤੀ ਹੈ ਉਸ ਬਿੱਲ ਨੂੰ ਰੋਕ ਕੇ ਜਿਹੜਾ ਹੈ ਵੀਟੋ ਸ਼ਕਤੀ ਦਾ ਇਸਤੇਮਾਲ ਕਰ ਸਕਦਾ ਹੈ। ਓਕੇ, ਵੀਟੋ ਮੀਨਸ ਕਿ ਕਿਸੇ ਵੀ ਬਿੱਲ ਨੂੰ ਰੋਕਣ ਦੀ ਸ਼ਕਤੀ। ਓਕੇ, ਵੀਟੋ ਜਿਹੜੀਆਂ ਨੇ ਸੰਸਾਰ ਦੇ ਵਿੱਚ ਗੱਲ ਕਰੀਏ ਤਾਂ 4 ਕਿਸਮਾਂ ਦੀ ਦੇਖਣ ਨੂੰ ਮਿਲਦੀ ਹੈ। ਪਹਿਲੀ ਵੀਟੋ ਜਿਹਨੂੰ ਸੰਪੂਰਨ ਵੀਟੋ ਕਹਿੰਦੇ ਆ, ਐਬਸੋਲਿਊਟ ਵੀਟੋ ਕਹਿ ਦਿੰਦੇ ਹੈਗੇ ਆ। ਦੂਸਰੀ ਵੀਟੋ ਆ ਜਾਂਦੀ ਹੈ ਕੁਆਲੀਫਾਈ ਵੀਟੋ, ਤੀਸਰੀ ਆ ਜਾਂਦੀ ਹੈ ਜੀ ਸਸਪੈਂਸਿਵ ਵੀਟੋ ਅਤੇ ਚੌਥੀ ਆ ਜਾਂਦੀ ਹੈ ਪੌਕਟ ਵੀਟੋ। ਵੱਖਰੇ ਦੇਸ਼ਾਂ ਦੇ ਵਿੱਚ ਵੱਖਰੀ ਵੀਟੋ ਪਾਵਰ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ। ਸੋ ਪਹਿਲਾਂ ਆਪਾਂ ਇਹ ਸਮਝ ਲਈਏ ਕਿ ਇਹਨਾਂ ਚਾਰਾਂ ਦੇ ਵਿੱਚ ਕੀ ਡਿਫਰੈਂਸ ਹੈਗਾ, ਕੀ ਕੁਝ ਇਸ ਦੇ ਵਿੱਚ ਵਿਸ਼ੇਸ਼ ਹੈਗਾ ਅਤੇ ਸਾਡੇ ਭਾਰਤ ਦੇ ਕੋਲੇ ਕਿਹੜੇ ਜਿਹੜੀ ਹੈ ਵੀਟੋ ਪਾਵਰ ਹੈ ਉਸ ਦੇ ਬਾਰੇ ਵੀ ਆਪਾਂ ਡਿਸਕਸ ਕਰ ਲਵਾਂਗੇ। ਓਕੇ, ਸੋ ਪਹਿਲੀ ਹੈ ਜੀ ਸੰਪੂਰਨ ਵੀਟੋ ਜਿਹਨੂੰ ਕਿ ਐਬਸੋਲਿਊਟ ਵੀਟੋ ਦੇ ਨਾਮ ਨਾਲ ਜਾਣਦੇ ਹੈਗੇ। ਇਹ ਕੀ ਹੈ ਜੀ, ਜਦੋਂ ਕਹਿੰਦੇ ਕੋਈ ਵਿਧਾਨ ਸਭਾ ਦੇ ਦੁਆਰਾ ਪਾਸ ਕੀਤਾ ਬਿੱਲ ਪੂਰੀ ਤਰ੍ਹਾਂ ਰੱਦ ਕਰ ਸਕਦੀ ਹੋਵੇ। ਠੀਕ ਹੈ ਜੀ, ਜਦੋਂ ਵਿਧਾਨ ਸਭਾ ਦੇ ਦੁਆਰਾ ਪਾਸ ਕੀਤਾ ਹੋਇਆ ਬਿੱਲ ਰਾਸ਼ਟਰਪਤੀ ਜਿਹੜਾ ਹੈ ਪੂਰੀ ਤਰ੍ਹਾਂ ਮਤਲਬ ਕਿ ਰੱਦ ਕਰ ਦੇਵੇ ਕਿ ਜੇ ਇਹ ਬਿੱਲ ਤਾਂ ਪਾਸ ਹੋ ਹੀ ਨਹੀਂ ਸਕਦਾ, ਕੁਛ ਮਰਜ਼ੀ ਕਰੀ ਜਾਓ, ਤਾਂ ਇਸ ਸਥਿਤੀ ਦੇ ਵਿੱਚ ਜਿਹੜੀ ਵੀਟੋ ਪਾਵਰ ਇਸਤੇਮਾਲ ਕੀਤੀ ਜਾਂਦੀ ਹੈ ਜਾਂ ਜਿਹੜੀ ਸ਼ਕਤੀ ਇਸਤੇਮਾਲ ਕੀਤਾ ਜਾਂਦਾ ਹੈ ਉਹਨੂੰ ਕਹਿੰਦੀ ਹੈ ਐਬਸੋਲਿਊਟ ਵੀਟੋ ਪਾਵਰ। ਓਕੇ, ਸੋ ਇਹ ਕਿਹਦੇ ਕੋਲੇ ਸ਼ਕਤੀ ਹੈ, ਕਿਸ ਦੇਸ਼ ਦੇ ਕੋਲੇ ਹੈ? ਇਹ ਸ਼ਕਤੀ ਹੈ ਜੀ ਇੰਗਲੈਂਡ ਦੇ ਕਰਾਊਨ ਕੋਲੇ। ਕਰਾਊਨ ਮਤਲਬ ਕਿੰਗ ਜਾਂ ਕਵੀਨ। ਕਿੰਗ ਜਾਂ ਕਵੀਨ ਜਿਹੜਾ ਹੈ ਉਹ ਕਿਸੇ ਵੀ ਬਿੱਲ ਨੂੰ ਪ੍ਰੋਪਰ ਤੌਰ ਦੇ ਉੱਪਰ ਮਨ੍ਹਾ ਕਰ ਸਕਦਾ ਹੈ ਕਿ ਜੀ ਮੈਂ ਇਸ ਬਿੱਲ ਨੂੰ ਪਾਸ ਨਹੀਂ ਹੋਣ ਦੇਵਾਂਗਾ। ਤਾਂ ਇਸ ਸਥਿਤੀ ਦੇ ਵਿੱਚ ਜਿਹੜਾ ਹੈ ਮਤਲਬ ਕਿ
ਰਾਸ਼ਟਰਪਤੀ ਸੌਰੀ ਜਿਹੜਾ ਰਾਜਾ ਜਾਂ ਰਾਣੀ ਹੈਗੀ ਉਹ ਉਸ ਬਿੱਲ ਨੂੰ ਪੱਕੇ ਤੌਰ ਦੇ ਉੱਪਰ ਰੋਕ ਸਕਦੀ ਹੈਗੀ ਆ। ਸੋ ਇਸੇ ਚੀਜ਼ ਨੂੰ ਕਿਹਾ ਜਾਂਦਾ ਸੰਪੂਰਨ ਵੀਟੋ, ਕੰਪਲੀਟ ਵੀਟੋ, ਯਾਨੀ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਜਿਹੜਾ ਹੈ ਪਿੱਛੇ ਸਾਧਨ ਰਹੇਗਾ ਨਹੀਂ ਕਿ ਉਸ ਬਿੱਲ ਨੂੰ ਪਾਸ ਕੀਤਾ ਜਾ ਸਕੇ। ਦੂਸਰੀ ਹੈ ਜੀ ਕੁਆਲੀਫਾਈਡ ਵੀਟੋ। ਕੁਆਲੀਫਾਈਡ ਵੀਟੋ ਜਿਹੜੀ ਹੁੰਦੀ ਹੈਗੀ ਆ ਇਹ ਅਜਿਹੀ ਵੀਟੋ ਸ਼ਕਤੀ ਹੁੰਦੀ ਹੈ ਜਿਸ ਨੂੰ ਵਿਧਾਨ ਸਭਾ ਦੇ ਦੁਆਰਾ ਵਿਸ਼ੇਸ਼ ਬਹੁਮਤ ਦੇ ਆਧਾਰ ਦੇ ਉੱਪਰ ਰੱਦ ਕੀਤਾ ਜਾਂਦਾ ਹੈ। ਠੀਕ ਹੈ, ਕੁਆਲੀਫਾਈ ਦੇ ਮਤਲਬ ਹੈ ਕਿ ਕਈ ਜਣਿਆਂ ਦੇ ਦੁਆਰਾ ਉਸ ਨੂੰ ਮਤਲਬ ਕਿ ਦੇਖਿਆ ਪਰਖਿਆ ਜਾਵੇਗਾ। ਤਾਂ ਇਹਦੇ ਲਈ ਜਦੋਂ ਆਪਾਂ ਦੇਖਣ ਦੀ ਫਿਰ ਗੱਲ ਕਰਾਂਗੇ ਤਾਂ ਉਦੋਂ ਵਿਧਾਨ ਸਭਾ ਦਾ ਰੋਲ ਅਹਿਮ ਰਹੇਗਾ। ਤਾਂ ਇਸ ਸਥਿਤੀ ਦੇ ਵਿੱਚ ਕੀ ਹੋਵੇਗਾ ਕਿ ਜਿਹੜੀ ਵਿਧਾਨ ਸਭਾ ਹੈਗੀ ਉਹ ਵਿਸ਼ੇਸ਼ ਬਹੁਮਤ ਪਾਸ ਕਰੇਗੀ, ਯਾਨੀ ਕਿ 2/3 ਬਹੁਮਤ ਦੇ ਥਰੂ ਖਾਸ ਤੌਰ ਦੇ ਉੱਪਰ, ਤੇ ਇਸ ਸਥਿਤੀ ਦੇ ਵਿੱਚ ਉਹ ਬਿੱਲ ਨੂੰ ਰੱਦ ਕਰ ਸਕਦੀ ਹੈ। ਠੀਕ ਹੈ, ਸੋ ਇਸ ਤਰ੍ਹਾਂ ਦੀ ਜਿਹੜੀ ਸ਼ਕਤੀ ਹੈ ਉਹ ਅਮਰੀਕਾ ਦੇ ਰਾਸ਼ਟਰਪਤੀ ਕੋਲੇ ਹੈ। ਜਦੋਂ ਵੀ ਕਿਤੇ ਰਾਸ਼ਟਰਪਤੀ ਨੇ ਕੋਈ ਬਿੱਲ ਰੱਦ ਕਰਨਾ ਹੁੰਦਾ ਤਾਂ ਅਕਸਰ ਜਿਹੜਾ ਹੈ ਉਹ ਵਿਧਾਨ ਸਭਾ, ਜਿਹਨੂੰ ਕਿ ਵਿਧਾਨ ਮੰਡਲ ਕਿਹਾ ਜਾਂਦਾ, ਸੋ ਉਹਦੇ ਸਹਿਯੋਗ ਦੇ ਸਦਕੇ ਜਿਹੜਾ ਹੈ ਅਮਰੀਕੀ ਰਾਸ਼ਟਰਪਤੀ ਕਿਸੇ ਵੀ ਬਿੱਲ ਨੂੰ ਰੱਦ ਕਰ ਸਕਦਾ ਹੈ। ਠੀਕ ਹੈ, ਤੀਸਰੀ ਹੈ ਜੀ ਸਸਪੈਂਸਿਵ ਵੀਟੋ। ਸਸਪੈਂਸਿਵ ਵੀਟੋ ਜਿਹੜੀ ਹੈ ਇਸ ਦੇ ਥਰੂ ਇਹ ਕਿਹਾ ਜਾਂਦਾ ਹੈ ਕਿ ਵਿਧਾਨ ਸਭਾ ਜਿਹੜੀ ਹੈ ਉਹ ਸਧਾਰਨ ਬਹੁਮਤ ਦੇ ਨਾਲ ਬਿੱਲ ਨੂੰ ਦੁਬਾਰਾ ਪਾਸ ਕਰਕੇ ਕਾਰਜਪਾਲਿਕਾ ਦੇ ਮੁਖੀ ਦੁਆਰਾ ਬਣਾਏ ਗਏ ਵੀਟੋ ਤੇ ਮੁੜ ਵਿਚਾਰ ਕਰ ਸਕਦੀ ਹੈ ਤੇ ਉਸ ਨੂੰ ਰੱਦ ਕਰ ਸਕਦੀ ਹੈ। ਇਸ ਦੇ ਵਿੱਚ ਕੀ ਸਥਿਤੀ ਹੁੰਦੀ ਹੈ ਕਿ ਵਿਧਾਨ ਸਭਾ ਜਿਹੜੀ ਹੈ ਉਹ ਜਨਰਲ ਕਹਿ ਸਕਦੇ ਹੈਗੇ ਮੇਜੋਰਿਟੀ ਦੇ ਨਾਲ ਬਿੱਲ ਨੂੰ ਦੁਬਾਰਾ ਪਾਸ ਕਰਵਾ ਸਕਦੀ ਹੈ ਤੇ ਦੁਬਾਰਾ ਪਾਸ ਕਰਕੇ ਜਿਹੜਾ ਹੈ ਉਹ ਕਾਰਜਪਾਲਿਕਾ ਦੇ ਮੁਖੀ ਕੋਲੇ ਉਸ ਨੂੰ ਭੇਜ ਸਕਦੀ ਹੈਗੀ ਤੇ ਮੁਖੀ ਜਿਹੜਾ ਹੈ ਉਸ ਵੀਟੋ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਉਸ ਦੇ ਉੱਪਰ ਦੁਬਾਰਾ ਤੋਂ ਜਿਹੜੀ ਹੈ ਵਿਚਾਰ ਚਰਚਾ ਕਰਨ ਦੇ ਲਈ ਭੇਜ ਸਕਦਾ ਹੈ ਤੇ ਜੇਕਰ ਉਹਨੂੰ ਲੱਗਦਾ ਹੈ ਕਿ ਇਹ ਬਿੱਲ ਸਹੀ ਨਹੀਂ ਹੈ ਤਾਂ ਉਸ ਬਿੱਲ ਨੂੰ ਫਿਰ ਉਹ ਰੱਦ ਵੀ ਕਰ ਸਕਦਾ ਹੈ। ਅਜਿਹੀ ਸ਼ਕਤੀ ਜਿਹੜੀ ਹੈਗੀ ਉਹ ਫਰਾਂਸ ਦੇ ਰਾਸ਼ਟਰਪਤੀ ਦੇ ਕੋਲੇ ਹੈ ਕਿ ਜੀ ਉਹ ਇਸ ਦੇ ਤਹਿਤ ਯਾਨੀ ਕਿ ਵਿਧਾਨ ਸਭਾ ਦੇ ਸਧਾਰਨ ਬਹੁਮਤ ਦੇ ਨਾਲ ਹੀ ਕਿਸੇ ਬਿੱਲ ਨੂੰ ਰੱਦ ਕਰ ਸਕਦਾ ਹੈ। ਤਾਂ ਸਸਪੈਂਸਿਵ ਵੀਟੋ ਜਿਹੜੀ ਹੈਗੀ ਇਹ ਫਰਾਂਸ ਦੇ ਰਾਸ਼ਟਰਪਤੀ ਕੋਲੇ ਹੈ। ਐਬਸੋਲੂਟ ਜਿਹੜੀ ਹੈ ਇੰਗਲੈਂਡ ਦੇ ਕਰਾਊਨ ਕੋਲੇ ਹੈਗੀ, ਕੁਆਲੀਫਾਈਡ ਅਮਰੀਕਾ ਦੇ ਪ੍ਰੈਜ਼ੀਡੈਂਟ ਕੋਲੇ ਹੈਗੀ ਅਤੇ ਸਸਪੈਂਸਿਵ ਜਿਹੜੀ ਹੈਗੀ ਉਹ ਫਰਾਂਸ ਦੇ ਰਾਸ਼ਟਰਪਤੀ ਕੋਲੇ ਹੈ। ਲਾਸਟ ਆਉਂਦੀ ਹੈ ਜੀ ਚੌਥੀ ਪਾਕਟ ਵੀਟੋ। ਪਾਕਟ ਵੀਟੋ ਜਿਹੜੀ ਹੈ ਇਹ ਕਾਰਜਕਾਰੀ ਦਾ ਮੁੱਖ ਬਿੱਲ ਨੂੰ ਜਿਹੜਾ ਹੈ ਕਾਰਜਕਾਰੀ ਦਾ ਮੁਖੀ ਜਿਹੜਾ ਹੈ ਉਹ ਬਿੱਲ ਨੂੰ ਸਕਾਰਾਤਮਕ ਜਾਂ ਨਕਾਰਾਤਮਕ ਜਵਾਬ ਦੇਣ ਦੀ ਬਜਾਏ ਆਪਣੇ ਕੋਲੇ ਹੀ ਰੱਖ ਲੈਂਦਾ ਹੈ। ਪਹਿਲਾਂ ਦੇ ਵਿੱਚ ਆਪਾਂ ਗੱਲ ਕੀਤੀ ਹੈ ਕਿ ਉਹ ਰੱਦ ਕਰ ਸਕਦਾ ਹੈ, ਚਾਹੇ ਉਹ ਸੰਸਦ ਦੀ ਮਦਦ ਨਾਲ ਕਰੇ ਚਾਹੇ ਉਹ ਇਕੱਲੇ ਤੌਰ ਦੇ ਉੱਪਰ ਕਰੇ। ਬਟ ਪਾਕਟ ਵੀਟੋ ਦੇ ਵਿੱਚ ਆ ਕੇ ਕੀ ਹੁੰਦਾ ਹੈ ਕਿ ਇੱਥੇ ਨਾ ਤਾਂ ਉਹ ਮਤਲਬ ਉਹਨੂੰ ਰੱਦ ਕਰਦਾ ਹੈ ਨਾ ਉਹਦੇ ਪ੍ਰਤੀ ਕੋਈ ਜਵਾਬ ਦਿੰਦਾ ਹੈ, ਸਗੋਂ ਉਸ ਬਿੱਲ ਨੂੰ ਉਹ ਆਪਣੇ ਕੋਲ ਹੀ ਰੱਖ ਲੈਂਦਾ ਹੈ। ਇਸ ਚੀਜ਼ ਨੂੰ ਕਹਿੰਦੇ ਜੀ ਪਾਕਟ ਵੀਟੋ। ਤੇ ਇਹ ਸ਼ਕਤੀ ਜਿਹੜੀ ਹੈਗੀ ਆ ਇਹ ਭਾਰਤ ਦੇ ਰਾਸ਼ਟਰਪਤੀ ਕੋਲੇ ਹੈਗੀ ਹੈ ਜੀ, ਯਾਨੀ ਕਿ ਭਾਰਤ ਦਾ ਰਾਸ਼ਟਰਪਤੀ ਜਿਹੜਾ ਹੈ ਉਹ ਪਾਕਟ ਵੀਟੋ ਦਾ ਇਸਤੇਮਾਲ ਕਰਦੇ ਹੋਏ ਕਿਸੇ ਵੀ ਬਿੱਲ ਨੂੰ ਨਾ ਤਾਂ ਪਾਸ ਕਰਦਾ ਹੈ ਨਾ ਰੱਦ ਕਰਦਾ ਹੈ ਨਾ ਸੋਧ ਕਰਦਾ ਹੈ, ਸਗੋਂ ਆਪਣੇ ਕੋਲੇ ਹੀ ਰੱਖ ਲੈਂਦਾ ਹੈਗਾ, ਯਾਨੀ ਕਿ ਉਸ ਨੂੰ ਮਨਜ਼ੂਰੀ ਨਹੀਂ ਮਿਲਦੀ ਜਿਸ ਦੇ ਕਾਰਨ ਕਰਕੇ ਉਹ ਬਿੱਲ ਜਿਹੜਾ ਹੈ ਪਾਸ ਹੋਣ ਕਾਰਨ ਕਰਕੇ ਕਾਨੂੰਨ ਹੀ ਨਹੀਂ ਬਣਦਾ। ਤਾਂ ਇਹ ਭਾਰਤ ਦੇ ਰਾਸ਼ਟਰਪਤੀ ਕੋਲੇ ਹੈ, ਇਸ ਨੂੰ ਆਪਾਂ ਅਕਸਰ ਜਿਹੜਾ ਉਹ ਪੜ੍ਹਿਆ ਹੈ। ਓਕੇ, ਆਰਟੀਕਲ 111 ਦੇ ਅਨੁਸਾਰ ਜਦੋਂ ਸੰਸਦ ਦੁਆਰਾ ਪਾਸ ਕੀਤਾ ਕੋਈ ਬਿੱਲ ਰਾਸ਼ਟਰਪਤੀ ਨੂੰ ਪੇਸ਼ ਕੀਤਾ ਜਾਂਦਾ ਤਾਂ ਉਹ 3 ਵਿਕਲਪਾਂ ਦਾ ਇਸਤੇਮਾਲ ਜਾਂ ਚੋਣ ਕਰਦਾ ਹੈਗਾ। ਜਿਵੇਂ ਕਿ ਪਹਿਲੀ ਦੇ ਵਿੱਚ ਉਹ ਬਿੱਲ ਨੂੰ ਸਹਿਮਤੀ ਦੇ ਦਿੰਦਾ ਹੈ, ਦੂਸਰੇ ਦੇ ਵਿੱਚ ਉਹ ਬਿੱਲ ਨੂੰ ਮਨਜ਼ੂਰੀ ਨਹੀਂ ਦੇਵੇਗਾ। 3 ਸਟੈਪ ਨੇਗੇ। ਜਦੋਂ ਵੀ ਬਿੱਲ ਪਾਸ ਹੋ ਜਾਂਦਾ ਸੰਸਦ ਦੇ ਵਿੱਚ ਤਾਂ ਆਖਰ ਦੇ ਵਿੱਚ ਰਾਸ਼ਟਰਪਤੀ ਕੋਲੇ ਜਾਵੇਗਾ। ਰਾਸ਼ਟਰਪਤੀ ਉਸ ਪ੍ਰਤੀ 3 ਐਕਸ਼ਨ ਲੈ ਸਕਦਾ ਹੈ, ਜਾਂ ਤਾਂ ਉਸ ਨੂੰ ਸਹਿਮਤੀ ਦੇ ਦੇਵੇਗਾ ਜਾਂ ਫਿਰ ਉਸ ਨੂੰ ਮਨਜ਼ੂਰ ਨਹੀਂ ਕਰੇਗਾ ਤੇ ਜਾਂ ਫਿਰ ਉਹ ਕਹੇਗਾ ਕਿ ਜੇਕਰ ਉਹ ਮਨੀ ਬਿੱਲ ਨਹੀਂ ਹੈ, ਮਨੀ ਬਿੱਲ ਮਤਲਬ ਕਿ ਜੇਕਰ ਉਹ ਧਨ ਬਿੱਲ ਨਹੀਂ ਹੈਗਾ ਤਾਂ ਉਸ ਦੇ ਪ੍ਰਤੀ ਉਹ ਇਤਰਾਜ਼ ਕਰਕੇ ਉਸ ਬਿੱਲ ਦੇ ਵਿੱਚ ਕੁਝ ਸੁਝਾਅ ਦੇ ਲਈ ਜਿਹੜਾ ਹੈ ਉਸ ਨੂੰ ਮੁੜ ਵਿਚਾਰ ਕਰਨ ਦੇ ਲਈ ਸੰਸਦ ਦੇ ਵਿੱਚ ਵਾਪਸ ਭੇਜ ਸਕਦਾ ਹੈਗਾ। ਤੇ ਜੇਕਰ ਸੰਸਦ ਦੇ ਵਿੱਚ ਦੁਬਾਰਾ ਤੋਂ ਸੋਧ ਕਰ ਦਿੰਦੀ ਹੈਗੀ ਅਤੇ ਕੁਝ ਪੁਆਇੰਟਸ ਜਾਂ ਕੁਝ ਸੋਧਾਂ ਕਰ ਦਿੰਦੀ ਹੈ ਤਾਂ ਇਸ ਤੋਂ ਬਾਅਦ ਜੇਕਰ ਸੰਸਦ ਫਿਰ ਉਸ ਤਰੀਕੇ ਨਾਲ ਉਸ ਨੂੰ ਪਾਸ ਕਰਕੇ ਭੇਜ ਦਿੰਦੀ ਹੈ ਰਾਸ਼ਟਰਪਤੀ ਕੋਲੇ, ਤਾਂ ਰਾਸ਼ਟਰਪਤੀ ਲਈ ਤੀਜੀ ਕੰਡੀਸ਼ਨ ਦੇ ਵਿੱਚ ਲਾਜ਼ਮੀ ਹੋ ਜਾਂਦਾ ਕਿ ਉਸ ਬਿੱਲ ਨੂੰ ਮਨਜ਼ੂਰੀ ਦੇਣੀ ਹੀ ਪਵੇਗੀ, ਕਿਉਂਕਿ ਰਾਸ਼ਟਰਪਤੀ ਕਿਸੇ ਵੀ ਬਿੱਲ ਨੂੰ ਜਿਹੜਾ ਹੈ ਉਹ ਸਿਰਫ ਇੱਕ ਵਾਰ ਹੀ ਰੋਕ ਸਕਦਾ ਹੈ, ਦੂਜੀ ਵਾਰ ਨਹੀਂ ਰੋਕ ਸਕਦਾ। ਧਨ ਬਿੱਲ ਨੂੰ ਤਾਂ ਰੋਕ ਹੀ ਨਹੀਂ ਸਕਦਾ, ਬਟ ਸਧਾਰਨ ਬਿੱਲ ਦੀ ਗੱਲ ਕਰੀਏ ਤਾਂ ਇੱਕ ਵਾਰੀ ਰੋਕ ਸਕਦਾ ਹੈ। ਤੇ ਜੇਕਰ ਉਸ ਦੇ ਵਿੱਚ ਉਹ ਸੋਧ ਕਰਨ ਦੇ ਲਈ ਭੇਜ ਦੇਵੇ ਕਿ ਇਸ ਦੇ ਵਿੱਚ ਸੋਧ ਕਰਕੇ ਭੇਜੋ ਤਾਂ ਇਸ ਤਰ੍ਹਾਂ ਕਰਨ ਤੋਂ ਬਾਅਦ ਜਿਹੜਾ ਹੈ ਉਸ ਨੂੰ ਫਿਰ ਬਿੱਲ ਪਾਸ ਕਰਨਾ ਹੀ ਪੈਂਦਾ ਹੈ। ਓਕੇ, ਆਰਟੀਕਲ 111 ਦੇ ਤਹਿਤ ਜਿਹੜੀ ਇਹ ਵੀਟੋ ਦੀ ਸ਼ਕਤੀ ਇਸ ਨੂੰ ਮਤਲਬ ਕਿ ਪ੍ਰਾਪਤ ਹੁੰਦੀ ਹੈਗੀ, ਪਰ ਭਾਰਤ ਦੇ ਰਾਸ਼ਟਰਪਤੀ ਕੋਲੇ ਧਿਆਨ ਰੱਖਣਾ ਕੁਆਲੀਫਾਈ ਵੀਟੋ ਪਾਵਰ ਨਹੀਂ ਹੈਗੀ। ਠੀਕ ਹੈ, ਬਾਕੀ ਤਿੰਨੋਂ ਕਿਸਮ ਦੀ ਜਿਹੜੀ ਵੀਟੋ ਪਾਵਰ ਹੈ ਭਾਰਤ ਦੇ ਕੋਲੇ ਹੈਗੀ, ਬਟ ਕੁਆਲੀਫਾਈ ਵੀਟੋ ਪਾਵਰ ਭਾਰਤ ਦੇ ਕੋਲੇ ਨਹੀਂ ਹੈ। ਇਹ ਸਿਰਫ ਤੇ ਸਿਰਫ ਅਮਰੀਕਾ ਦੇ ਰਾਸ਼ਟਰਪਤੀ ਕੋਲੇ ਹੀ ਹੈਗੀ। ਤਾਂ ਇਹਨਾਂ ਸ਼ਕਤੀਆਂ ਦਾ ਇਸਤੇਮਾਲ ਕਰਨ ਦੇ ਲਈ ਜਿਹੜਾ ਹੈ 3 ਖੇਤਰਾਂ ਦੇ ਵਿੱਚ ਜਿਹੜਾ ਹੈ ਇਸਤੇਮਾਲ ਕੀਤਾ ਜਾਂਦਾ ਹੈ। ਜਿਵੇਂ ਕਿ ਪਹਿਲਾ
ਜਦੋਂ ਭਾਰਤ ਦੇ ਰਾਸ਼ਟਰਪਤੀ ਕੋਲੇ ਸੀਮਤ ਰੂਪ ਦੇ ਵਿੱਚ ਪੂਰਨ ਵੀਟੋ ਸ਼ਕਤੀ ਹੁੰਦੀ ਹੈ ਤਾਂ ਉਸ ਦੇ ਲਈ ਜਿਹੜਾ ਹੈ ਉਸ ਦੇ ਲਈ ਮਤਲਬ ਕਦੋਂ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਜੇਕਰ ਕਹਿੰਦੇ ਕਿਸੇ ਪ੍ਰਾਈਵੇਟ ਮੈਂਬਰ ਦਾ ਬਿੱਲ ਹੋਵੇ ਅਤੇ ਮੰਤਰੀ ਪਰਿਸ਼ਦ ਦੀ ਸਲਾਹ ਦੇ ਉਸ ਦੇ ਹੱਕ ਦੇ ਵਿੱਚ ਨਾ ਹੋਵੇ ਤਾਂ ਰਾਸ਼ਟਰਪਤੀ ਉਸ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਸਕਦਾ ਹੈ। ਪਹਿਲੀ ਸਟੇਜ ਦੇ ਵਿੱਚ ਕੀ ਹੋਊਗਾ, ਆਰਟੀਕਲ 111 ਦਾ ਇਸਤੇਮਾਲ ਕਰਦੇ ਹੋਏ ਕਿ ਜੇਕਰ ਭਾਰਤ ਦੇ ਰਾਸ਼ਟਰਪਤੀ ਕੋਲੇ ਪੂਰਨ ਵੀਟੋ ਪਾਵਰ ਹੈ, ਜਿਸ ਨੂੰ ਕਿ ਐਬਸੋਲਿਊਟ ਜਿਹੜਾ ਨਾਮ ਦਿੰਦੇ ਹੈਗੇ ਆਪਾਂ, ਐਬਸੋਲਿਊਟ ਵੀਟੋ ਕਹਿੰਦੇ ਹੈਗੇ ਜੀ, ਇਸ ਦੇ ਤਹਿਤ ਹੈ ਤਾਂ ਜਦੋਂ ਵੀ ਕਿਤੇ ਕੋਈ ਪ੍ਰਾਈਵੇਟ ਬਿੱਲ ਭੇਜਿਆ ਜਾਊਗਾ ਤਾਂ ਮੰਤਰੀ ਪਰਿਸ਼ਦ ਨੂੰ ਜੇਕਰ ਲੱਗਦਾ ਹੈ ਕਿ ਇਹ ਬਿੱਲ ਉਹਨਾਂ ਦੇ ਲਈ ਨਹੀਂ ਜ਼ਰੂਰੀ ਹੈ ਤਾਂ ਰਾਸ਼ਟਰਪਤੀ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਸਕਦਾ ਹੈ ਮੰਤਰੀ ਪਰਿਸ਼ਦ। ਠੀਕ ਹੈ, ਇਸੇ ਤਰ੍ਹਾਂ ਜੇਕਰ ਰਾਸ਼ਟਰਪਤੀ ਦੇ ਕੋਲ ਦੂਸਰੀ ਸਟੇਜ ਦੇ ਵਿੱਚ ਜੇਕਰ ਰਾਸ਼ਟਰਪਤੀ ਕੋਲ ਬਿੱਲ ਭੇਜਣ ਤੋਂ ਬਾਅਦ ਪਰ ਉਸ ਦੀ ਮਨਜ਼ੂਰੀ ਮਿਲਣ ਤੋਂ ਪਹਿਲਾਂ ਸਰਕਾਰ ਡਿੱਗ ਜਾਂਦੀ ਹੈ, ਜੇ ਰਾਸ਼ਟਰਪਤੀ ਕੋਲੇ ਬਿੱਲ ਭੇਜ ਦਿੱਤਾ ਗਿਆ ਹੈ ਪਰ ਨਾਲ ਹੀ ਮਨਜ਼ੂਰੀ ਹਲੇ ਨਹੀਂ ਮਿਲੀ ਤੇ ਸਰਕਾਰ ਡਿੱਗ ਚੁੱਕੀ ਹੈ, ਮਨਜ਼ੂਰੀ ਹਲੇ ਨਹੀਂ ਮਿਲੀ ਤੇ ਸਰਕਾਰ ਡਿੱਗ ਚੁੱਕੀ ਹੈ, ਮਤਲਬ ਕਿ ਬਹੁਮਤ ਜਿਹੜਾ ਹੈ ਉਹ ਡਿੱਗ ਚੁੱਕਿਆ ਹੈ, ਤਾਂ ਇਸ ਸਥਿਤੀ ਦੇ ਵਿੱਚ ਲੋਕ ਸਭਾ ਦੇ ਵਿੱਚ ਬਹੁਮਤ ਦੇ ਨਾਲ ਜਿਹੜੀ ਨਵੀਂ ਸਰਕਾਰ ਬਣਦੀ ਹੈਗੀ ਜਿਹੜੀ ਕਿ ਨਵੀਂ ਮੰਤਰੀ ਪਰਿਸ਼ਦ ਹੈ ਉਹ ਬਿੱਲ ਨੂੰ ਰੱਦ ਕਰਨ ਦੀ ਸਲਾਹ ਦਿੰਦੀ ਹੈਗੀ ਤੇ ਇਸ ਤਰੀਕੇ ਦੇ ਨਾਲ ਵੀ ਜਿਹੜਾ ਹੈ ਉਹ ਪੂਰਨ ਵੀਟੋ ਦਾ ਇਸਤੇਮਾਲ ਹੀ ਕਰਦਾ ਹੈ। ਇਹ ਹੈ ਫਸਟ ਸਟੇਜ, ਮਤਲਬ ਕਿ ਫਸਟ ਵੀਟੋ ਜਿਹਨੂੰ ਐਬਸੋਲਿਊਟ ਕਹਿ ਦਿੰਦੇ ਹੈ, ਜਿਸ ਦੇ ਤਹਿਤ ਉਹ ਪੂਰੀ ਤਰ੍ਹਾਂ ਕਿਸੇ ਵੀ ਬਿੱਲ ਨੂੰ ਰੱਦ ਕਰ ਸਕਦਾ ਹੈ। ਜਿਵੇਂ ਕਿ ਉਹਨੇ ਪਹਿਲਾਂ ਪ੍ਰਾਈਵੇਟ ਬਿੱਲ ਨੂੰ ਰੱਦ ਕਰ ਦਿੱਤਾ ਹੈ ਮੰਤਰੀ ਮੰਡਲ ਦੇ ਕਹਿਣ ਦੇ ਉੱਪਰ, ਦੂਸਰੀ ਸਟੇਜ ਦੇ ਵਿੱਚ ਉਸਨੇ ਜਿਹੜਾ ਹੈਗਾ ਸਰਕਾਰ ਡਿੱਗਣ ਦੇ ਕਾਰਨ ਕਰਕੇ ਉਸ ਬਿੱਲ ਨੂੰ ਅਗਲੀ ਸਰਕਾਰ ਦੇ ਕਹਿਣ ਦੇ ਉੱਪਰ, ਮੰਤਰੀ ਪਰਿਸ਼ਦ ਦੇ ਕਹਿਣ ਦੇ ਉੱਪਰ ਬਿੱਲ ਨੂੰ ਰੱਦ ਕੀਤਾ ਪੂਰੀ ਤਰ੍ਹਾਂ। ਸੋ ਇਹ ਹੈਗੀ ਹੈ ਐਬਸੋਲਿਊਟ ਵੀਟੋ ਪਾਵਰ। ਓਕੇ, ਦੂਸਰੀ ਆਉਂਦੀ ਹੈਗੀ ਇਸ ਦੇ ਵਿੱਚ ਕੁਝ ਐਗਜ਼ਾਮਪਲਾਂ ਨੇ ਜਦੋਂ ਵੀ ਭਾਰਤ ਦੇ ਵਿੱਚ ਐਬਸੋਲਿਊਟ ਵੀਟੋ ਪਾਵਰ ਇਸਤੇਮਾਲ ਕੀਤੀ ਗਈ ਹੈ ਤਾਂ ਦੋ ਮਾਮਲੇ ਸਾਨੂੰ ਇਸ ਤਰ੍ਹਾਂ ਦੇ ਦੇਖਣ ਨੂੰ ਮਿਲਦੇ ਆ। ਪਹਿਲਾ ਸਾਲ 1954 ਦੇ ਵਿੱਚ ਹੈ, ਜਦੋਂ ਪੈਪਸੂ ਖੇਤਰ ਦੇ ਵਿੱਚ ਜੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਪੈਂਦਾ ਹੈ, ਉੱਥੇ ਰਾਸ਼ਟਰਪਤੀ ਸ਼ਾਸਨ ਜਿਹੜਾ ਉਹ ਲਾਗੂ ਹੋਇਆ ਸੀਗਾ। ਠੀਕ ਹੈ, ਤਾਂ ਪੈਪਸੂ ਐਪਰੋਪ੍ਰੀਏਸ਼ਨ ਬਿੱਲ ਸੀਗਾ ਸਾਲ 1954 ਦਾ, ਇਸ ਨੂੰ ਭੇਜਿਆ ਗਿਆ ਸੀਗਾ ਜੀ ਪਾਸ ਕਰਕੇ ਉਸ ਸਮੇਂ ਦੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਦੇ ਕੋਲੇ। ਠੀਕ ਹੈ, ਤਾਂ ਇਸ ਬਿੱਲ ਦੇ ਤਹਿਤ ਜਿਹੜਾ ਹੈਗਾ ਰਾਸ਼ਟਰਪਤੀ ਨੇ ਜਿਹੜਾ ਹੈਗਾ ਪੈਪਸੂ ਤੋਂ ਆਪਣੀ ਜਿਹੜੀ ਰਾਸ਼ਟਰਪਤੀ ਸ਼ਾਸਨ ਹਟਾ ਦਿੱਤਾ ਸੀਗਾ, ਪਰ ਮੰਤਰੀ ਮੰਡਲ ਨੇ ਰਾਸ਼ਟਰਪਤੀ ਨੂੰ ਬਿੱਲ ਨੂੰ ਮਨਜ਼ੂਰੀ ਨਾ ਦੇਣ ਦੀ ਸਲਾਹ ਦਿੱਤੀ ਸੀ, ਜਿਸ ਦੇ ਕਾਰਨ ਕਰਕੇ ਰਾਸ਼ਟਰਪਤੀ ਨੇ ਉਸ ਸਮੇਂ ਦੇ ਨੇ ਡਾਕਟਰ ਰਜਿੰਦਰ ਪ੍ਰਸਾਦ ਨੇ ਇਸ ਬਿੱਲ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ, ਜਿਸ ਕਾਰਨ ਕਰਕੇ ਇਹ ਜਿਹੜੀ ਕਹਿ ਸਕਦੇ ਹੈਗੇ ਰਾਸ਼ਟਰਪਤੀ ਸ਼ਾਸਨ ਉੱਥੇ ਲਾਗੂ ਹੀ ਰਿਹਾ ਸੀਗਾ। ਠੀਕ ਹੈ, ਸਾਲ 1954 ਦੇ ਵਿੱਚ ਹੋਇਆ ਸੀਗਾ, ਇੰਪੋਰਟੈਂਟ ਹੈ। ਇਸ ਸਮੇਂ ਐਬਸੋਲਿਊਟ ਵੀਟੋ ਪਾਵਰ ਦਾ ਇਸਤੇਮਾਲ ਕੀਤਾ ਗਿਆ ਸੀ ਸਾਲ 1954 ਦੇ ਵਿੱਚ, ਪੈਪਸੂ ਦੇ ਨਾਲ ਰਿਲੇਟਡ ਹੈ। ਓਕੇ, ਦੂਸਰਾ ਘਟਨਾ ਹੁੰਦੀ ਹੈ ਸਾਲ 1991 ਦੇ ਵਿੱਚ, ਜਦੋਂ ਲੋਕ ਸਭਾ ਭੰਗ ਹੋਣ ਤੋਂ ਇੱਕ ਦਿਨ ਪਹਿਲਾਂ। ਠੀਕ ਹੈ, ਜੋ ਆਪਾਂ ਐਗਜ਼ਾਮਪਲ ਦੇ ਤੌਰ ਤੇ ਪਹਿਲਾਂ ਗੱਲ ਕੀਤੀ ਸੀ, ਲੋਕ ਸਭਾ ਦੇ ਭੰਗ ਹੋਣ ਤੋਂ ਇੱਕ ਦਿਨ ਪਹਿਲਾਂ ਸੰਸਦ ਦੇ ਮੈਂਬਰਾਂ ਦੀ ਤਨਖਾਹ ਅਤੇ ਭੱਤੇ ਅਤੇ ਪੈਨਸ਼ਨ ਬਿੱਲ ਸਾਲ 1991 ਪਾਸ ਕੀਤਾ ਗਿਆ ਸੀਗਾ। ਇਸ ਨੂੰ ਰਾਸ਼ਟਰਪਤੀ ਦੇ ਕੋਲ ਭੇਜ ਦਿੱਤਾ ਸੀਗਾ ਤੇ ਪ੍ਰਵਾਨਗੀ ਦੇ ਲਈ ਧਾਰਾ 117 ਯਾਨੀ ਕਿ ਆਰਟੀਕਲ 117 ਧਾਰਾ 1 ਦੇ ਤਹਿਤ ਰਾਸ਼ਟਰਪਤੀ ਦੀ ਅਗਾਊ ਪ੍ਰਵਾਨਗੀ ਨਹੀਂ ਲਈ ਗਈ ਸੀ, ਜਿਸ ਕਾਰਨ ਕਰਕੇ ਰਾਸ਼ਟਰਪਤੀ ਨੇ ਇਸ ਦੀ ਮਨਜ਼ੂਰੀ ਜਿਹੜੀ ਆ ਉਹ ਨਹੀਂ ਦਿੱਤੀ ਸੀਗੀ। ਤਾਂ ਇੱਥੇ ਵੀ ਜਿਹੜਾ ਹੈ ਐਬਸੋਲਿਊਟ ਵੀਟੋ ਪਾਵਰ ਦਾ ਇਸਤੇਮਾਲ ਜਿਹੜਾ ਹੈ ਉਹ ਕੀਤਾ ਗਿਆ ਸੀਗਾ। ਤਾਂ ਭਾਰਤ ਦੇ ਵਿੱਚ ਦੋ ਐਗਜ਼ਾਮਪਲਾਂ ਦੇਖਣ ਨੂੰ ਮਿਲਦੀਆਂ ਨੇ, ਪਹਿਲੀ ਵਾਰ ਜਿਹੜਾ ਹੈਗਾ ਸਾਲ 1954 ਦੇ ਵਿੱਚ, ਦੂਸਰੀ ਵਾਰ ਸਾਲ 1991 ਦੇ ਵਿੱਚ ਸਾਨੂੰ ਐਗਜ਼ਾਮਪਲ ਦੇਖਣ ਨੂੰ ਮਿਲਦੀ ਹੈ ਜਦੋਂ ਭਾਰਤ ਦੇ ਰਾਸ਼ਟਰਪਤੀਆਂ ਨੇ ਜਿਹੜਾ ਹੈ ਐਬਸੋਲਿਊਟ ਵੀਟੋ ਪਾਵਰ ਦਾ ਇਸਤੇਮਾਲ ਕੀਤਾ ਸੀਗਾ। ਦੂਜੀ ਪਾਵਰ ਦੂਸਰੀ ਹੈ ਜੀ ਸਸਪੈਂਸਿਵ ਵੀਟੋ। ਠੀਕ ਹੈ, ਭਾਰਤ ਦੇ ਰਾਸ਼ਟਰਪਤੀ ਕੋਲੇ ਸਸਪੈਂਸਿਵ ਵੀਟੋ ਪਾਵਰ ਵੀ ਹੈਗੀ। ਇਹ ਬਿੱਲ ਸਿਰਫ ਸਧਾਰਨ ਬਿੱਲਾਂ ਦੇ ਉੱਪਰ ਹੀ ਲਾਗੂ ਹੁੰਦਾ ਹੈ, ਮਨੀ ਬਿੱਲ ਦੇ ਉੱਪਰ ਯਾਨੀ ਕਿ ਧਨ ਬਿੱਲ ਦੇ ਉੱਪਰ ਇਹ ਲਾਗੂ ਨਹੀਂ ਹੋਊਗਾ। ਧਨ ਬਿੱਲ ਦੇ ਉੱਪਰ ਇਹ ਲਾਗੂ ਨਹੀਂ ਹੋਊਗਾ, ਸਿਰਫ ਤੇ ਸਿਰਫ ਸਧਾਰਨ ਬਿੱਲਾਂ ਦੇ ਉੱਪਰ ਹੀ ਹੋਵੇਗਾ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਹੈ ਕਿ ਧਨ ਬਿੱਲ ਤੋਂ ਇਲਾਵਾ ਕਿਸੇ ਵੀ ਬਿੱਲ ਨੂੰ ਮੁੜ ਵਿਚਾਰ ਕਰਨ ਦੇ ਲਈ ਹਦਾਇਤਾਂ ਨਾਲ ਸੰਸਦ ਨੂੰ ਵਾਪਸ ਕਰ ਸਕਦਾ ਹੈ ਕਿ ਇਹਦੇ ਵਿੱਚ ਬਈ ਮੋਡੀਫਿਕੇਸ਼ਨ ਕਰੋ ਤੇ ਇਸ ਤੋਂ ਬਾਅਦ ਆਪਾਂ ਇਸ ਨੂੰ ਜਿਹੜਾ ਪਾਸ ਕਰ ਦੇਵਾਂਗੇ। ਤੇ ਜੇਕਰ ਸੰਸਦ ਉਸ ਨੂੰ ਸਧਾਰਨ ਬਹੁਮਤ ਦੇ ਦੁਆਰਾ ਫਿਰ ਪਾਸ ਕਰ ਦਿੰਦੀ ਹੈ ਤਾਂ ਰਾਸ਼ਟਰਪਤੀ ਨੂੰ ਉਸ ਬਿੱਲ ਨੂੰ ਪਾਸ ਕਰਨਾ ਹੀ ਪਵੇਗਾ। ਇਹਨੂੰ ਕਹਿੰਦੇ ਆ ਸਸਪੈਂਸਿਵ ਵੀਟੋ ਪਾਵਰ। ਸੋ ਇਹ ਵੀ ਸਾਡੇ ਭਾਰਤ ਦੇ ਵਿੱਚ ਦੇਖਣ ਨੂੰ ਮਿਲਦੀ ਹੈਗੀ ਆ। ਠੀਕ ਹੈ, ਤੀਸਰੀ ਆ ਜਾਂਦੀ ਹੈਗੀ ਆ ਜੀ ਵੀਟੋ ਪਾਵਰ, ਜਿਹਨੂੰ ਕਿ ਪਾਕਟ ਵੀਟੋ ਕਹਿੰਦੇ ਹੈਗੇ। ਇਹ ਸਾਡੇ ਭਾਰਤ ਦੇ ਵਿੱਚ ਸਪੈਸ਼ਲੀ ਚਰਚਾਯੋਗ ਹੈ ਪਾਕਟ ਵੀਟੋ। ਓਕੇ, ਇਹ ਵੀ ਸਾਡੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਕਹਿ ਸਕਦੇ ਆ ਜਾਣੀ ਜਾਣ ਵਾਲੀ ਵੀਟੋ ਪਾਵਰ ਹੈ। ਅਕਸਰ ਸਾਰੇ ਤਕਰੀਬਨ ਪਾਕਟ ਵੀਟੋ ਨੂੰ ਹੀ ਜਾਣਦੇ ਹੈਗੇ। ਤਾਂ ਇੱਥੇ ਕੀ ਹੈ ਜੀ, ਆਰਟੀਕਲ 111 ਕਹਿੰਦਾ ਹੈ ਕਿ ਰਾਸ਼ਟਰਪਤੀ ਸੰਸਦ ਦੇ ਦੁਆਰਾ ਪਾਸ ਕੀਤੇ ਬਿੱਲ ਨੂੰ ਜਿੰਨੀ ਜਲਦੀ ਹੋ ਸਕੇ ਵਾਪਸ ਕਰ ਦੇਵੇਗਾ, ਇਸ ਲਈ ਕਿਸੇ ਨਿਸ਼ਚਿਤ ਮਿਆਦ ਦਾ ਜ਼ਿਕਰ ਨਹੀਂ ਕੀਤਾ ਗਿਆ।
ਆਰਟੀਕਲ 111 ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਜਦੋਂ ਸੰਸਦ ਨੇ ਕੋਈ ਬਿੱਲ ਪਾਸ ਕਰ ਦਿੱਤਾ ਹੈ ਤਾਂ ਉਹ ਜਿੰਨੀ ਜਲਦੀ ਹੋ ਸਕਦਾ ਹੈਗਾ ਗਾ ਉਹ ਉਸ ਬਿੱਲ ਨੂੰ ਵਾਪਸ ਕਰ ਦੇਵੇ। ਪਰ ਉਹਦੇ ਵਿੱਚ ਇਹ ਮੈਂਸ਼ਨ ਨਹੀਂ ਕੀਤਾ ਗਿਆ ਵੀ 1 ਦਿਨ ਦੇ ਵਿੱਚ, ਮਹੀਨੇ ਦੇ ਵਿੱਚ ਜਾਂ ਸਾਲ ਦੇ ਵਿੱਚ ਜਾਂ 6 ਮਹੀਨਿਆਂ ਦੇ ਵਿੱਚ। ਇਸ ਕਰਕੇ ਇਸ ਪ੍ਰਤੀ ਕੋਈ ਜਿਹੜਾ ਵਿਸ਼ੇਸ਼ ਮਤਲਬ ਕਿ ਸਮਾਂ ਨਹੀਂ ਦਿੱਤਾ ਗਿਆ। ਤਾਂ ਇਸ ਸਥਿਤੀ ਦਾ ਹੀ ਫਾਇਦਾ ਉਠਾਉਂਦੇ ਹੋਏ ਰਾਸ਼ਟਰਪਤੀ ਜਿਹੜਾ ਹੈ ਉਹ ਇਸ ਨੂੰ ਅਣਮਿੱਥੇ ਸਮੇਂ ਦੇ ਲਈ ਜਿਹੜਾ ਹੈ ਬਿੱਲ ਨੂੰ ਟਾਲ ਸਕਦਾ ਹੁੰਦਾ ਹੈਗਾ ਗਾ। ਇਸ ਨੂੰ ਹੀ ਪੌਕਟ ਵੀਟੋ ਦਾ ਆਪਾਂ ਨਾਮ ਜਿਹੜਾ ਉਹ ਦੇ ਦਿੰਦੇ ਹੈਗੇ ਆਂਗੇ। ਇਹਦੀ ਐਗਜ਼ਾਮਪਲ ਸਾਲ 1986 ਦੇ ਵਿੱਚ ਦੇਖਣ ਨੂੰ ਮਿਲਦੀ ਹੈਗੀ ਇੰਡੀਅਨ ਪੋਸਟ ਆਫਿਸ ਐਕਟ। ਓਕੇ, ਇੰਡੀਅਨ ਪੋਸਟ ਆਫਿਸ ਐਕਟ। ਇਸ ਦੇ ਤਹਿਤ ਸਾਲ 1986 ਦੇ ਵਿੱਚ ਜਦੋਂ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸੀਗੇ ਤਾਂ ਉਹਨਾਂ ਨੇ ਇਸ ਬਿੱਲ ਦੇ ਵਿੱਚ ਕੁਝ ਦੇਖਿਆ ਕਿ ਜੋ ਕੁਝ ਧਾਰਾਵਾਂ ਜਿਹੜੀਆਂ ਨੇ ਉਹ ਪ੍ਰੈਸ ਦੀ ਆਜ਼ਾਦੀ ਦੇ ਵਿਰੁੱਧ ਸੀਗੀਆਂ। ਇਸ ਤੋਂ ਇਲਾਵਾ ਕੁਝ ਜਿਹੜੀਆਂ ਧਾਰਾਵਾਂ ਸੀਗੀਆਂ ਉਹ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਹੱਕ ਦੇ ਵਿੱਚ ਵੀ ਨਹੀਂ ਸੀਗਾ। ਤਾਂ ਇਸ ਸਥਿਤੀ ਦੇ ਵਿੱਚ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਕੀ ਕੀਤਾ ਕਿ ਉਸ ਬਿੱਲ ਨੂੰ ਨਾ ਤਾਂ ਮਨਜ਼ੂਰੀ ਦਿੱਤੀ ਅਤੇ ਨਾ ਹੀ ਉਸ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕੀਤਾ ਅਤੇ ਨਾ ਹੀ ਇਸ ਨੂੰ ਮੁੜ ਵਿਚਾਰ ਦੇ ਲਈ ਮੰਤਰੀ ਮੰਡਲ ਨੂੰ ਭੇਜਿਆ, ਸਗੋਂ ਆਪਣੇ ਕੋਲ ਹੀ ਰੱਖ ਲਿਆ। ਅਤੇ ਇਸ ਕਾਰਨ ਕਰਕੇ ਉਹ ਕਾਨੂੰਨ ਨਹੀਂ ਬਣ ਪਿਆ। ਸੋ ਇਸੇ ਨੂੰ ਹੀ ਪੌਕਟ ਵੀਟੋ ਦਾ ਜਿਹੜਾ ਹੈ ਪਾਵਰ ਕਹਿ ਦਿੰਦੇ ਆ, ਜਿਸ ਨੂੰ ਕਿ ਗਿਆਨੀ ਜੈਲ ਸਿੰਘ ਨੇ ਪਹਿਲੀ ਵਾਰ ਇਸਤੇਮਾਲ ਕੀਤਾ ਸੀਗਾ। ਓਕੇ, ਸੋ ਇਸ ਤਹਿਤ ਉਹ ਨਾ ਬਿੱਲ ਨੂੰ ਰੱਦ ਕਰਦਾ ਹੈ, ਨਾ ਪਾਸ ਕਰਦਾ ਹੈ, ਨਾ ਸੋਧ ਲਈ ਵਾਪਸ ਭੇਜਦਾ, ਸਗੋਂ ਆਪਣੇ ਕੋਲ ਹੀ ਉਸ ਬਿੱਲ ਨੂੰ ਰੱਖ ਲੈਂਦਾ ਹੈ। ਇਹਨੂੰ ਕਹਿੰਦੇ ਆ ਪੌਕਟ ਵੀਟੋ। 1986 ਦੇ ਵਿੱਚ ਇਹ ਘਟਨਾ ਦੇਖਣ ਨੂੰ ਮਿਲੀ ਸੀਗੀ। ਜਿੱਥੇ ਸੈਂਟਰ ਦੇ ਬਿੱਲਾਂ ਦੇ ਲਈ ਹੈ ਉੱਥੇ ਹੀ ਰਾਜਾਂ ਦੇ ਬਿੱਲਾਂ ਦੇ ਉੱਪਰ ਵੀ ਰਾਸ਼ਟਰਪਤੀ ਦੀ ਵੀਟੋ ਸ਼ਕਤੀ ਜਿਹੜੀ ਹੈ ਸੇਮ ਤਰੀਕੇ ਦੇ ਨਾਲ ਹੀ ਲਾਗੂ ਹੁੰਦੀ ਹੈਗੀ। ਉਹ ਕਿਹੜੀਆਂ ਕੰਡੀਸ਼ਨਾਂ ਦੇ ਵਿੱਚ ਹੁੰਦੀ ਹੈਗੀ ਜਦੋਂ ਰਾਸ਼ਟਰਪਤੀ ਜਿਹੜਾ ਵੀਟੋ ਸ਼ਕਤੀ ਦਾ ਇਸਤੇਮਾਲ ਰਾਜ ਵਿਧਾਨ ਸਭਾ ਦੁਆਰਾ ਪਾਸ ਕੀਤੇ ਬਿੱਲਾਂ ਦੇ ਉੱਪਰ ਲਾਗੂ ਕਰਦਾ ਹੈ ਤਾਂ ਉਸ ਸਥਿਤੀ ਦੇ ਵਿੱਚ ਕਈ ਕੰਡੀਸ਼ਨਾਂ ਹੁੰਦੀਆਂ ਨੇਗੀਆਂ। ਯਾਨੀ ਕਿ ਜਦੋਂ ਕੋਈ ਬਿੱਲ ਪਾਸ ਕੀਤਾ ਜਾਂਦਾ ਤਾਂ ਆਖਰੀ ਪ੍ਰਵਾਨਗੀ ਦੇ ਲਈ ਰਾਜਪਾਲ ਕੋਲੇ ਜਾਂਦਾ ਹੈਗਾ ਬਟ ਰਾਜਪਾਲ ਉਸ ਦੇ ਪ੍ਰਤੀ ਅੱਗੇ 4 ਐਕਸ਼ਨ ਲੈ ਸਕਦਾ ਹੁੰਦਾ ਹੈਗਾ ਆਰਟੀਕਲ 200 ਦੇ ਅੰਡਰ। ਆਰਟੀਕਲ 200 ਦੇ ਤਹਿਤ ਰਾਜਪਾਲ 4 ਵਿਕਲਪ ਚੁਣ ਸਕਦਾ ਹੈ, ਜਿਵੇਂ ਕਿ ਕਿਸੇ ਬਿੱਲ ਨੂੰ ਸਹਿਮਤੀ ਦੇ ਸਕਦਾ ਹੈ, ਕਿਸੇ ਬਿੱਲ ਨੂੰ ਰੋਕ ਸਕਦਾ ਹੈ ਜਾਂ ਫਿਰ ਬਿੱਲ ਨੂੰ ਮੁੜ ਵਿਚਾਰ ਕਰਨ ਦੇ ਲਈ ਵਿਧਾਨ ਸਭਾ ਦੇ ਕੋਲੇ ਭੇਜ ਸਕਦਾ ਹੈ। ਇਹ 'ਚ ਮਨੀ ਬਿੱਲ ਸ਼ਾਮਲ ਨਹੀਂ ਹੋਊਗਾ, ਧਨ ਬਿੱਲ ਸ਼ਾਮਲ ਨਹੀਂ ਹੋਊਗਾ, ਯਾਦ ਰੱਖਣਾ ਹੈ, ਠੀਕ ਹੈ। ਬਾਕੀ ਸਾਰੇ ਬਿੱਲ ਇਸ ਦੇ ਵਿੱਚ ਇੰਕਲੂਡ ਹੁੰਦੇ ਹੈਗੇ ਆ। ਅਤੇ ਚੌਥੇ ਜਿਹੜਾ ਵਿਕਲਪ ਹੁੰਦਾ ਹੈ ਕਿ ਉਹ ਰਾਸ਼ਟਰਪਤੀ ਦੇ ਵਿਚਾਰ ਦੇ ਲਈ ਉਸ ਬਿੱਲ ਨੂੰ ਰਾਖਵਾ ਰੱਖ ਸਕਦਾ ਹੈਗਾ। ਪਹਿਲੇ ਦੇ ਵਿੱਚ ਸਹਿਮਤੀ ਦੇ ਸਕਦਾ ਹੈ, ਦੂਸਰੇ ਦੇ ਵਿੱਚ ਉਹ ਰੋਕ ਸਕਦਾ ਹੈ, ਤੀਸਰੇ ਦੇ ਵਿੱਚ ਮੁੜ ਵਿਚਾਰ ਕਰਨ ਦੇ ਲਈ ਵਾਪਸ ਭੇਜ ਸਕਦਾ ਹੈ ਵਿਧਾਨ ਸਭਾ ਦੇ ਵਿੱਚ, ਅਤੇ ਚੌਥੇ ਦੇ ਵਿੱਚ ਉਹ ਰਾਸ਼ਟਰਪਤੀ ਦੇ ਵਿਚਾਰ ਦੇ ਲਈ ਉਸ ਨੂੰ ਰਾਖਵਾ ਕਰ ਸਕਦਾ ਹੈਗਾ। ਤਾਂ ਇਹ ਚੌਥੀ ਕੰਡੀਸ਼ਨ ਦੇ ਵਿੱਚ ਆ ਕੇ ਜਿਹੜਾ ਬਿੱਲ ਹੈ ਉਹ ਫਿਰ ਰਾਸ਼ਟਰਪਤੀ ਕੋਲੇ ਜਾਵੇਗਾ ਅਤੇ ਰਾਸ਼ਟਰਪਤੀ ਇਸ ਦੇ ਪ੍ਰਤੀ ਆਰਟੀਕਲ 201 ਦੇ ਤਹਿਤ, ਠੀਕ ਹੈ, ਰਾਸ਼ਟਰਪਤੀ ਆਰਟੀਕਲ 201 ਦੇ ਤਹਿਤ ਜਿਹੜਾ ਹੈ ਇਸ ਦੇ ਉੱਪਰ 3 ਤਰ੍ਹਾਂ ਦੇ ਵਿਕਲਪ ਚੁਣ ਸਕਦਾ ਹੈ, ਜਿਵੇਂ ਕਿ ਉਸ ਬਿੱਲ ਨੂੰ ਸਹਿਮਤੀ ਦੇ ਸਕਦਾ ਹੈ, ਉਸ ਬਿੱਲ ਨੂੰ ਸਹਿਮਤੀ ਤੋਂ ਰੋਕ ਸਕਦਾ ਹੈ, ਅਤੇ ਜਾਂ ਫਿਰ ਉਹ ਰਾਜਪਾਲ ਨੂੰ ਬਿੱਲ ਨੂੰ ਮੁੜ ਵਿਚਾਰ ਕਰਨ ਦੇ ਲਈ ਰਾਜ ਵਿਧਾਨ ਸਭਾ ਦੇ ਵਿੱਚ ਵਾਪਸ ਕਰਨ ਦਾ ਨਿਰਦੇਸ਼ ਦੇ ਸਕਦਾ ਹੈ। ਤਾਂ ਤਿੰਨਾਂ ਦੇ ਵਿੱਚ ਉਸ ਨੂੰ ਜੋ ਵੀ ਸਹੀ ਲੱਗੂਗਾ ਉਸ ਤਰੀਕੇ ਦੇ ਨਾਲ ਉਹ ਬਿੱਲ ਦੇ ਪ੍ਰਤੀ ਐਕਸ਼ਨ ਲੈ ਸਕਦਾ ਹੈ। ਓਕੇ, ਸੋ ਇਹ ਹੈਗੀ ਆ ਵੀਟੋ ਪਾਵਰ, ਜਿਸ ਦੇ ਲਈ ਆਪਾਂ 4 ਵੀਟੋ ਪਾਵਰ ਜਿਹੜੀਆਂ ਪੜ੍ਹੀਆਂ ਸੀਗੀਆਂ, ਠੀਕ ਹੈ। ਸੋ ਉਹਨਾਂ ਦੇ ਵਿੱਚੋਂ ਪੌਕਟ ਵੀਟੋ ਜਿਹੜੀ ਉਹ ਸਭ ਤੋਂ ਇੰਪੋਰਟੈਂਟ ਹੈਗੀ, ਜਿਸ ਦੇ ਵਿੱਚ ਅਕਸਰ ਕੁਐਸਚਨ ਜਿਹੜਾ ਉਹ ਆਉਂਦਾ ਰਹਿੰਦਾ ਹੈਗਾ। ਓਕੇ, ਨੈਕਸਟ ਹੈ ਜੀ ਰਾਸ਼ਟਰਪਤੀ ਨੂੰ ਦਿੱਤੀ ਗਈ ਛੋਟ, ਇਮਿਊਨਿਟੀ ਗਿਵਨ ਟੂ ਦਾ ਪ੍ਰੈਜ਼ੀਡੈਂਟ। ਰਾਸ਼ਟਰਪਤੀ ਨੂੰ ਕਈ ਖੇਤਰਾਂ ਦੇ ਵਿੱਚ ਵਿਸ਼ੇਸ਼ ਛੋਟਾਂ ਦਿੱਤੀਆਂ ਗਈਆਂ ਨੇਗੀਆਂ ਜੋ ਕਿ ਉਹਦੇ ਆਉਂਦੇ ਨੂੰ ਇੱਕ ਵਿਸ਼ੇਸ਼ ਆਉਂਦਾ ਬਣਾਉਂਦੇ ਹੈਗੇ ਅਤੇ ਉਸ ਦੀ ਮਾਨ ਮਰਿਆਦਾ ਨੂੰ ਯਕੀਨੀ ਬਣਾਉਣ ਦੇ ਲਈ ਜਿਹੜਾ ਹੈ ਉਸ ਦੇ ਉੱਪਰ ਰਹਿੰਦਾ ਹੈ। ਮਤਲਬ ਕਿ ਉਸ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰੈਸ਼ਰ ਜਿਹੜਾ ਨਹੀਂ ਪਾਇਆ ਜਾਂਦਾ, ਉਹ ਸੁਤੰਤਰ ਰੂਪ ਦੇ ਵਿੱਚ ਕੰਮ ਕਰਦਾ ਹੈ। ਇਹ ਆਰਟੀਕਲ 361 ਦੇ ਵਿੱਚ ਮੈਂਸ਼ਨ ਨੇਗੀਆਂ ਕੁਝ ਪ੍ਰਮੁੱਖ ਛੋਟਾਂ, ਜਿਵੇਂ ਕਿ ਆਰਟੀਕਲ 361 ਧਾਰਾ 1 ਦੇ ਤਹਿਤ ਰਾਸ਼ਟਰਪਤੀ ਅਤੇ ਰਾਜਪਾਲ ਨੂੰ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਨਿੱਜੀ ਛੋਟ ਪ੍ਰਦਾਨ ਕਰਦਾ ਹੈ। ਇਸ ਦਾ ਮਤਲਬ ਇਹ ਹੈਗਾ ਕਿ ਰਾਸ਼ਟਰਪਤੀ ਆਪਣੀਆਂ ਜਿਹੜੀਆਂ ਆਫਿਸ ਦੀਆਂ ਸ਼ਕਤੀਆਂ ਦੀ ਵਰਤੋਂ ਵਿੱਚ ਜੋ ਕੁਝ ਵੀ ਕਰਦਾ ਹੈ ਜਾਂ ਕਰਨ ਦਾ ਇਰਾਦਾ ਲਿਖਦਾ ਹੈ ਉਸ ਦੇ ਲਈ ਉਹ ਕਿਸੇ ਵੀ ਅਦਾਲਤ ਨੂੰ ਜਵਾਬਦੇਹ ਜਾਂ ਉੱਤਰਦਾਈ ਨਹੀਂ ਹੋਵੇਗਾ। ਇਹ ਆਰਟੀਕਲ 361 ਧਾਰਾ 1 ਦੇ ਵਿੱਚ ਹੈ। ਆਰਟੀਕਲ 361 ਧਾਰਾ 2 ਦੇ ਅਨੁਸਾਰ ਰਾਸ਼ਟਰਪਤੀ ਦੇ ਆਉਂਦੇ ਤੇ ਰਹਿੰਦੇ ਹੋਏ ਕਿਸੇ ਵੀ ਅਦਾਲਤ ਦੇ ਵਿੱਚ ਉਸ ਦੇ ਵਿਰੁੱਧ ਕੋਈ ਵੀ ਅਪਰਾਧਿਕ ਕਾਰਵਾਈ ਸ਼ੁਰੂ ਜਾਂ ਜਾਰੀ ਨਹੀਂ ਰੱਖੀ ਜਾ ਸਕਦੀ ਜਿੰਨੇ ਟਾਈਮ ਤੱਕ ਉਹ ਰਾਸ਼ਟਰਪਤੀ ਦੇ ਆਉਂਦੇ ਦੇ ਉੱਪਰ ਬਣਿਆ ਰਹੂਗਾ। ਆਰਟੀਕਲ 361 ਧਾਰਾ 3 ਦੇ ਅਨੁਸਾਰ ਕਿਸੇ ਵੀ ਅਦਾਲਤ ਨੂੰ ਰਾਸ਼ਟਰਪਤੀ ਦੇ ਆਉਂਦੇ ਤੇ ਰਹਿੰਦਿਆਂ ਹੋਇਆ ਉਸ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰਨ ਦਾ ਅਧਿਕਾਰ ਨਹੀਂ ਹੋਵੇਗਾ, ਮਤਲਬ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ। ਅਤੇ ਆਰਟੀਕਲ 361 ਧਾਰਾ 4 ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਕਿ ਇਹ ਛੋਟਾਂ ਰਾਸ਼ਟਰਪਤੀ ਦੀ ਨਿੱਜੀ ਕਾਰਵਾਈ ਦੇ ਸੰਬੰਧ ਦੇ ਵਿੱਚ ਸੀਮਿਤ ਨੇਗੀਆਂ, ਠੀਕ ਹੈ। ਜੇਕਰ ਕੋਈ ਨਿੱਜੀ ਇਸ ਤਰ੍ਹਾਂ ਦਾ ਮਤਲਬ ਕਿ ਉਹ ਘਟਨਾ ਕਰਦਾ ਤਾਂ ਉਸ ਸਥਿਤੀ ਦੇ ਵਿੱਚ ਉਸ ਦੇ ਵਿਰੁੱਧ ਸਿਵਲ ਐਕਸ਼ਨ ਲੈ ਕੇ ਜਿਹੜਾ ਹੈ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ, ਪਰ ਇਹ ਬਹੁਤ ਘੱਟ ਚਾਂਸ ਜਿਹੜੇ ਆ ਉਹ ਦੇਖਣ ਨੂੰ ਮਿਲਦੇ ਹੈਗੇ ਆ। ਓਕੇ,
ਨੈਕਸਟ ਹੈ ਜੀ, ਹਾਂਜੀ, ਸੋ ਜੇਕਰ ਮਤਲਬ ਇਹਨਾਂ ਦੇ ਉੱਪਰ ਕੋਈ ਐਕਸ਼ਨ ਲੈਣਾ ਹੈ, ਜੋ ਲਾਸਟ ਪੁਆਇੰਟ ਸੀ ਉਹਦੇ ਤਹਿਤ ਰਾਸ਼ਟਰਪਤੀ ਨੂੰ ਲਿਖਤੀ ਜਾਣਕਾਰੀ ਦਿੱਤੀ ਜਾਣੀ ਜ਼ਰੂਰੀ ਹੈਗੀ। ਅਜਿਹਾ ਨੋਟਿਸ ਦੇਣ ਤੋਂ ਬਾਅਦ 2 ਮਹੀਨੇ ਦਾ ਸਮਾਂ ਜਿਹੜਾ ਹੈ ਉਹ ਬੀਤ ਗਿਆ ਹੋਵੇ ਤਾਂ ਉਸ ਦੇ ਉੱਪਰ ਇਹ ਪੋਸੀਬਲ ਹੋਵੇਗਾ, ਜਾਂ ਫਿਰ ਇਸ ਦੇ ਵਿੱਚ ਪਾਰਟੀ ਦਾ ਨਾਮ, ਪਤਾ, ਕਾਰਵਾਈ ਦੀ ਪ੍ਰਕਿਰਤੀ ਤੇ ਮੰਗੀ ਗਈ ਰਾਹਤ ਦਾ ਵੇਰਵਾ ਹੋਣਾ ਚਾਹੀਦਾ, ਤਦ ਹੀ ਉਸ ਦੇ ਉੱਪਰ ਲਾਸਟ ਵਾਲਾ ਐਕਸ਼ਨ ਦੇ ਤਹਿਤ ਜਿਹੜਾ ਸਿਵਲ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ। ਓਕੇ, ਇਹ ਸੀਗਾ ਵੀਟੋ ਪਾਵਰ ਤੇ ਉਸਦੇ ਕੁਝ ਹੋਰ ਇੰਪੋਰਟੈਂਟ, ਇਸ ਤੋਂ ਇਲਾਵਾ ਰਾਸ਼ਟਰਪਤੀ ਨੂੰ ਕੁਝ ਵਿਸ਼ੇਸ਼ ਛੋਟਾਂ। ਤੇ ਨੈਕਸਟ ਹੈ ਜੀ ਰਾਸ਼ਟਰਪਤੀ ਦੀਆਂ ਵਿਸ਼ੇਸ਼ ਸ਼ਕਤੀਆਂ, ਜਿਹਨੂੰ ਕਿ ਆਪਾਂ ਸੰਕਟਕਾਲੀਨ ਘੋਸ਼ਣਾਵਾਂ ਜਾਂ ਫਿਰ ਸੰਕਟਕਾਲੀਨ ਸ਼ਕਤੀਆਂ ਕਹਿ ਦਿੰਦੇ ਹਾਂ, ਜਿਹਨੂੰ ਐਮਰਜੈਂਸੀ ਪਾਵਰਸ ਕਹਿ ਦਿੰਦੇ ਆ, ਜੋ ਕਿ ਸਿਰਫ ਤੇ ਸਿਰਫ ਰਾਸ਼ਟਰਪਤੀ ਦੇ ਕੋਲ ਹੀ ਹੈਗੇ। ਇਹਦੇ ਨਾਲ ਰਿਲੇਟਡ ਆਰਟੀਕਲ 3 ਨੇ ਜੀ, ਆਰਟੀਕਲ 352, ਆਰਟੀਕਲ 356, ਆਰਟੀਕਲ 360। ਆਰਟੀਕਲ 352 ਦੇ ਤਹਿਤ, ਆਰਟੀਕਲ 352 ਦੇ ਤਹਿਤ ਯੁੱਧ, ਬਾਹਰੀ ਹਮਲੇ, ਅੰਦਰੂਨੀ ਹਥਿਆਰਬੰਦ ਵਿਦਰੋਹ ਜਾਂ ਇਹਨਾਂ ਦੀ ਸੰਭਾਵਨਾ ਪੈਦਾ ਹੋਣ ਦੇ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਰਾਸ਼ਟਰੀ ਐਮਰਜੈਂਸੀ ਜਿਹੜੀ ਹੈ, ਰਾਸ਼ਟਰੀ ਸੰਕਟਕਾਲੀਨ ਘੋਸ਼ਣਾ ਜਿਹੜੀ ਹੈ ਉਹ ਜਾਰੀ ਕੀਤੀ ਜਾ ਸਕਦੀ ਹੈ। ਨੈਕਸਟ ਹੈ ਆਰਟੀਕਲ 356, ਇਸ ਦੇ ਤਹਿਤ ਰਾਜਾਂ ਦੇ ਵਿੱਚ ਸੰਵਿਧਾਨਕ ਮਸ਼ੀਨਰੀ ਅਸਫਲ ਹੋਣ ਦੇ ਕਾਰਨ ਉਤਪੰਨ ਹੋਇਆ ਸੰਕਟ ਦੀ ਸਥਿਤੀ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕਦਾ ਹੈ। ਤੀਸਰਾ ਹੈ ਆਰਟੀਕਲ 360 ਦੇ ਤਹਿਤ ਵਿੱਤੀ ਸੰਕਟ, ਜੇਕਰ ਭਾਰਤ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿੱਤੀ ਸੰਕਟ ਹੈਗਾ ਤਾਂ ਉਸ ਸਥਿਤੀ ਦੇ ਵਿੱਚ 360 ਆਰਟੀਕਲ ਦੇ ਅਧੀਨ ਐਮਰਜੈਂਸੀ ਲਗਾਈ ਜਾ ਸਕਦੀ ਹੈ। ਪਹਿਲਾ ਹੈ ਆਰਟੀਕਲ 352 ਵਾਲਾ, ਯੁੱਧ, ਬਾਹਰੀ ਹਮਲੇ, ਅੰਦਰੂਨੀ ਹਥਿਆਰਬੰਦ ਵਿਦਰੋਹ ਜਾਂ ਇਹਨਾਂ ਦੀ ਸੰਭਾਵਨਾ ਤੋਂ ਪੈਦਾ ਹੋਏ ਸੰਕਟ ਦੇ ਕਾਰਨ ਕਰਕੇ ਭਾਰਤ ਦੇ ਵਿੱਚ ਜਾਰੀ ਐਮਰਜੈਂਸੀ। ਠੀਕ ਹੈ, ਸੋ ਇਹਦੇ ਲਈ ਜ਼ਰੂਰੀ ਹੁੰਦਾ ਹੈ ਕਿ ਮੰਤਰੀ ਮੰਡਲ ਦਾ ਜਿਹੜਾ ਨਿਰਣਾ ਹੈ ਉਹ ਰਾਸ਼ਟਰਪਤੀ ਨੂੰ ਲਿਖਤੀ ਰੂਪ ਦੇ ਵਿੱਚ ਭੇਜਣਾ ਜ਼ਰੂਰੀ ਹੁੰਦਾ ਹੈ। ਜੇਕਰ ਇਹ ਲਿਖਤੀ ਰੂਪ ਦੇ ਵਿੱਚ ਨਹੀਂ ਆਇਆ ਮੰਤਰੀ ਮੰਡਲ ਦਾ ਨਿਰਣਾ, ਤਦ ਉਹ ਐਮਰਜੈਂਸੀ ਨਹੀਂ ਲਗਾ ਸਕਦਾ। ਤੇ ਇੱਥੇ ਜ਼ਰੂਰੀ ਹੈ ਕਿ ਉਸ ਨੂੰ ਲਿਖਤੀ ਜਿਹੜੀ ਹੈ ਮਤਲਬ ਕਿ ਸੂਚਨਾ ਉਹ ਭੇਜਣੀ ਜ਼ਰੂਰੀ ਹੈਗੀ ਆ। ਸੰਕਟਕਾਲੀਨ ਘੋਸ਼ਣਾ ਜਿਹੜੀ ਹੈ ਉਹ ਸੰਸਦ ਦੇ ਦੁਆਰਾ ਪ੍ਰਵਾਨਗੀ ਲੈਣੀ ਜ਼ਰੂਰੀ ਹੈਗੀ। ਜੇਕਰ ਰਾਸ਼ਟਰਪਤੀ ਦੇ ਦੁਆਰਾ ਜਾਰੀ ਕੀਤੀ ਸੰਕਟਕਾਲੀਨ ਘੋਸ਼ਣਾ 1 ਮਹੀਨੇ ਦੇ ਸਮੇਂ ਦੇ ਅੰਦਰ ਸੰਸਦ ਦੇ ਦੋਨਾਂ ਸਦਨਾਂ ਦੇ ਵੱਲੋਂ ਪ੍ਰਵਾਨ ਨਹੀਂ ਕੀਤੀ ਜਾਂਦੀ ਤਾਂ ਉਹ 1 ਮਹੀਨੇ ਬਾਅਦ ਆਟੋਮੈਟਿਕਲੀ ਯਾਨੀ ਕਿ ਆਪਣੇ ਆਪ ਸਮਾਪਤ ਹੋ ਜਾਵੇਗੀ। ਠੀਕ ਹੈ, ਤੇ ਰਾਸ਼ਟਰਪਤੀ ਦੁਆਰਾ ਜਾਰੀ ਕੀਤੀ ਗਈ ਇਸ ਤਰ੍ਹਾਂ ਦੀ ਘੋਸ਼ਣਾ ਨੂੰ ਸਰਵਉੱਚ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ। ਓਕੇ, ਸੰਕਟਕਾਲੀਨ ਘੋਸ਼ਣਾ ਦਾ ਸਮਾਂ ਕਿੰਨਾ ਹੈ ਜੀ? ਜੇ ਮੰਨ ਲਓ ਇਹ ਲਾਗੂ ਹੋ ਜਾਂਦੀ ਹੈਗੀ ਅਤੇ ਆਰਟੀਕਲ 352 ਦੇ ਤਹਿਤ ਸੰਸਦ ਦੇ ਦੋਨੋਂ ਸਦਨ ਇਸ ਨੂੰ ਪ੍ਰਵਾਨ ਕਰ ਲੈਂਦੇ ਆ, ਪਾਸ ਕਰ ਦਿੰਦੇ ਆ, ਤਾਂ 6 ਮਹੀਨਿਆਂ ਤੱਕ ਵੱਧ ਤੋਂ ਵੱਧ ਲਾਗੂ ਰਹਿੰਦੀ ਹੈਗੀ ਆ। ਜੇਕਰ ਲੋੜ ਪੈਂਦੀ ਹੈ ਤਾਂ 6 ਮਹੀਨੇ ਤੋਂ ਬਾਅਦ ਫਿਰ ਇਸ ਨੂੰ ਅੱਗੇ ਵਧਾਇਆ ਜਾ ਸਕਦਾ, ਪਰ ਇੱਕ ਵਾਰੀ ਇਸ ਨੂੰ 6 ਮਹੀਨਿਆਂ ਤੱਕ ਹੀ ਜਿਹੜਾ ਹੈ ਉਹ ਲਾਗੂ ਰੱਖਿਆ ਜਾਊਗਾ। ਸੰਕਟਕਾਲੀਨ ਘੋਸ਼ਣਾ ਦੀ ਸਮਾਪਤੀ, ਠੀਕ ਹੈ, ਸੋ ਇਹਦੇ ਵਿੱਚ 2 ਕੰਡੀਸ਼ਨਾਂ ਹੈ, ਜਾਂ ਤਾਂ ਫਿਰ 6 ਮਹੀਨਿਆਂ ਬਾਅਦ ਆਟੋਮੈਟਿਕਲੀ ਸਮਾਪਤ ਹੋ ਜਾਊਗੀ ਜੇਕਰ ਕੰਡੀਸ਼ਨ ਸ਼ੁਰੂ ਹੋ ਚੁੱਕੀ ਹੈ, ਸਹੀ ਹੋ ਚੁੱਕੀ ਹੈ, ਜਾਂ ਫਿਰ ਇਸ ਨੂੰ ਲੋਕ ਸਭਾ ਦੇ ਦੁਬਾਰਾ ਸਮੇਂ ਤੋਂ ਪਹਿਲਾਂ ਯਾਨੀ ਕਿ 6 ਮਹੀਨਿਆਂ ਦੇ ਸਮੇਂ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਵਾਲੇ ਸਮੇਂ ਤੋਂ ਬਾਅਦ ਮਤਲਬ ਕਿ ਪਾਸ ਕਰਕੇ, ਇੱਕ ਪ੍ਰਸਤਾਵ ਪਾਸ ਕਰਕੇ ਇਸ ਨੂੰ ਪਹਿਲਾਂ ਵੀ ਜਿਹੜਾ ਹੈ ਸਮਾਪਤ ਕੀਤਾ ਜਾ ਸਕਦਾ ਹੈ। ਇੱਥੇ ਜ਼ਰੂਰੀ ਹੈ ਕਿ ਲੋਕ ਸਭਾ ਦੇ ਕੁੱਲ ਮੈਂਬਰਾਂ ਦਾ 10ਵਾਂ ਭਾਗ ਜਿਹੜਾ ਹੈ ਉਹ ਇੱਕ ਲਿਖਤੀ ਸੂਚਨਾ ਦੇਵੇਗਾ ਜੀ। ਠੀਕ ਹੈ, ਕਿਸ ਨੂੰ ਦੇਵੇਗਾ? ਜੇ ਤਾਂ ਲੋਕ ਸਭਾ ਦਾ ਸਮਾਗਮ ਚੱਲ ਰਿਹਾ ਹੈ ਫਿਰ ਤਾਂ ਇਹ ਨੋਟਿਸ ਸਪੀਕਰ ਨੂੰ ਦਿੱਤਾ ਜਾਊਗਾ। ਜੇ ਲੋਕ ਸਭਾ ਦਾ ਸਮਾਗਮ ਨਹੀਂ ਚੱਲ ਰਿਹਾ ਤਾਂ ਇਹ ਜਿਹਾ ਨੋਟਿਸ ਰਾਸ਼ਟਰਪਤੀ ਨੂੰ ਦਿੱਤਾ ਜਾਊਗਾ, ਤੇ ਇਹ ਨੋਟਿਸ ਦੇਣ ਤੋਂ ਬਾਅਦ ਰਾਸ਼ਟਰਪਤੀ ਦੇ ਸਪੀਕਰ ਲਈ ਜ਼ਰੂਰੀ ਹੈ ਕਿ 14 ਦਿਨਾਂ ਦੇ ਅੰਦਰ ਇੱਕ ਸਦਨ ਦੀ ਵਿਸ਼ੇਸ਼ ਬੈਠਕ ਬੁਲਾਵੇ ਤੇ ਉਹਨਾਂ ਦੇ ਵਿੱਚ ਉਹ ਕਲੀਅਰ ਕਰੇ ਜੀ ਕਿ ਇਸ ਐਮਰਜੈਂਸੀ ਨੂੰ ਸਮਾਪਤ ਕੀਤਾ ਜਾ ਸਕੇ ਜਾਂ ਉਸ ਨੂੰ ਹੋਰ ਵਧਾਇਆ ਜਾ ਸਕੇ। ਤਾਂ ਉਹ ਡਿਸਕਸ਼ਨ ਜਿਹੜੀ ਹੈਗੀ ਆ ਉਹ 14 ਦਿਨਾਂ ਤੋਂ ਬਾਅਦ ਵਾਲੀ ਵਿਸ਼ੇਸ਼ ਬੈਠਕ ਦੇ ਵਿੱਚ ਸੰਭਵ ਹੋਵੇਗੀ। ਠੀਕ ਹੈ, 6 ਮਹੀਨਿਆਂ ਦਾ ਕਾਰਜਕਾਲ ਰਹੇਗਾ, 6 ਮਹੀਨੇ ਤੋਂ ਪਹਿਲਾਂ ਵੀ ਭੰਗ ਕੀਤੀ ਜਾ ਸਕਦੀ ਹੈ, ਮਤਲਬ ਹਟਾਈ ਜਾ ਸਕਦੀ ਹੈ। ਇਹ ਲੋਕ ਸਭਾ ਦੇ ਦੁਆਰਾ ਪੋਸੀਬਲ ਹੋਵੇਗਾ। ਘੋਸ਼ਣਾ ਦੇ ਪ੍ਰਭਾਵ, ਜਦੋਂ ਭਾਰਤ ਦੇ ਵਿੱਚ ਆਰਟੀਕਲ 352 ਦੇ ਤਹਿਤ ਐਮਰਜੈਂਸੀ ਲੱਗ ਗਈ ਹੈ ਤਾਂ ਸੰਸਦ ਰਾਜ ਸੂਚੀ ਦੇ ਵਿੱਚ ਸ਼ਾਮਲ ਸਾਰੇ ਵਿਸ਼ਿਆਂ ਦੇ ਉੱਪਰ ਕਾਨੂੰਨ ਬਣਾ ਸਕਦੀ ਹੈਗੀ ਔਰ ਇਹ ਇਸ ਸਮੇਂ ਦੇ ਵਿੱਚ ਜਿਹੜੇ ਰਾਜ ਸੂਚੀ ਦੇ ਵਿੱਚ ਵਿਸ਼ੇ ਸ਼ਾਮਲ ਨੇ, ਜੇਕਰ ਸੰਸਦ ਕੋਈ ਅਜਿਹਾ ਕਾਨੂੰਨ ਬਣਾ ਦਿੰਦੀ ਹੈ ਤਾਂ ਉਹ ਸੰਕਟਕਾਲੀਨ ਘੋਸ਼ਣਾ ਦੇ ਸਮਾਪਤ ਹੋਣ ਮਗਰੋਂ 6 ਮਹੀਨੇ ਤੱਕ ਲਾਗੂ ਰਹਿ ਸਕਦੇ ਹੈਗੇ ਨੇਗੇ। ਇਸ ਤੋਂ ਬਾਅਦ ਉਹ ਆਟੋਮੈਟਿਕਲੀ ਸਮਾਪਤ ਹੋ ਜਾਣਗੇ। ਠੀਕ ਹੈ, ਮਤਲਬ ਕਿ ਜਿਹੜੇ ਵਿਸ਼ਿਆਂ ਦੇ ਉੱਪਰ ਪਹਿਲਾਂ ਰਾਜ ਸਰਕਾਰ ਸੂਚੀ ਕਾਨੂੰਨ ਬਣਾਉਂਦੀ ਸੀਗੀ, ਹੁਣ ਉਹਨਾਂ ਦੇ ਉੱਪਰ ਕੇਂਦਰ ਸਰਕਾਰ ਕਾਨੂੰਨ ਬਣਾਵੇਗੀ। ਠੀਕ ਹੈ, ਅਨੁਛੇਦ 19 ਦੇ ਦੁਆਰਾ ਦਿੱਤੀਆਂ ਗਈਆਂ ਅਨੇਕਾਂ ਸੁਤੰਤਰਤਾਵਾਂ ਜਿਹੜੀਆਂ ਨੇ, ਸੁਤੰਤਰਤਾਵਾਂ ਨੇ ਜਿਹੜੀਆਂ ਉਹ ਸੰਕਟ ਕਾਲ ਦੇ ਵਿੱਚ ਮੁਲਤਵੀ ਕਰ ਦਿੱਤੀਆਂ ਜਾਣਗੀਆਂ, ਪੋਸਟਪੋਨ ਕਰ ਦਿੱਤੀਆਂ ਜਾਣਗੀਆਂ। ਸ਼ਾਸਨ ਦਾ ਸੰਘਾਤਮਕ ਰੂਪ ਜਿਹੜਾ ਹੈ ਉਹ ਇਕਾਤਮਕ ਦੇ ਵਿੱਚ ਬਦਲ ਜਾਊਗਾ ਕਿਉਂਕਿ ਸੈਂਟਰ ਦੇ ਅੰਡਰ ਆ ਜਾਂਦਾ ਸਾਰਾ ਕੁਝ। ਓਕੇ, ਜੀਵਨ ਅਤੇ ਵਿਅਕਤੀਗਤ ਸੁਤੰਤਰਤਾ ਦੇ ਅਧਿਕਾਰ ਤੋਂ ਛੁੱਟ ਬਾਕੀ ਅਧਿਕਾਰਾਂ ਨੂੰ ਲਾਗੂ ਕਰਾਉਣ ਦੇ ਲਈ ਅਨੁਛੇਦ 32 ਦੇ ਤਹਿਤ ਜਿਸ ਦੇ ਅਨੁਸਾਰ ਸਰਵਉੱਚ ਅਦਾਲਤ ਨੂੰ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਾਉਣ ਦੀ ਸ਼ਕਤੀ ਪ੍ਰਾਪਤ ਸੀ, ਉਹ ਵੀ ਮੁਅੱਤਲ ਕਰ ਦਿੱਤੀ ਜਾਂਦੀ, ਮਤਲਬ ਕਿ ਪੋਸਟਪੋਨ
ਕਰ ਦਿੱਤੀ ਹੈ, ਸਿਰਫ ਜੀਵਨ ਤੇ ਵਿਅਕਤੀਗਤ ਸੁਤੰਤਰਤਾ ਹੀ ਲਾਗੂ ਰਹਿੰਦੀ ਹੈ। ਬਾਕੀ ਦੇ ਲਈ ਅਸੀਂ ਆਰਟੀਕਲ 32 ਦਾ ਇਸਤੇਮਾਲ ਕਰਦੇ ਹੋਏ ਸੁਪਰੀਮ ਕੋਰਟ 'ਚ ਵੀ ਨਹੀਂ ਜਾ ਸਕਦੇ, ਕਿਉਂਕਿ ਇਹ ਐਮਰਜੈਂਸੀ ਲੱਗ ਚੁੱਕੀ ਹੁੰਦੀ ਹੈਗੀ ਆ। ਓਕੇ, ਨੈਕਸਟ ਹੈ ਜੀ, ਰਾਸ਼ਟਰਪਤੀ ਵੱਲੋਂ ਸੰਸਦ ਦੀ ਪ੍ਰਵਾਨਗੀ ਦੇ ਲਈ ਪੇਸ਼ ਕੀਤਾ ਵੀ ਜਾਣਾ ਜ਼ਰੂਰੀ ਹੈਗਾ ਗਾ। ਸੋ ਇਸ ਸਥਿਤੀ ਦੇ ਵਿੱਚ ਕੀ ਹੁੰਦਾ ਹੈ ਕਿ ਐਮਰਜੈਂਸੀ ਹੁਣ ਤੱਕ ਭਾਰਤ ਦੇ ਵਿੱਚ 3 ਵਾਰ ਲੱਗੀ ਹੈ। ਪਹਿਲੀ ਵਾਰ ਚੀਨ ਦੇ ਹਮਲੇ ਦੇ ਸਮੇਂ 26 ਅਕਤੂਬਰ ਤੋਂ 1962 ਤੋਂ ਲੈ ਕੇ ਜਨਵਰੀ 1968 ਤੱਕ। ਉਸ ਸਮੇਂ ਪ੍ਰਧਾਨ ਮੰਤਰੀ ਸੀਗੇ ਜੀ ਜਵਾਹਰ ਲਾਲ ਨਹਿਰੂ, ਠੀਕ ਹੈ, ਜਵਾਹਰ ਲਾਲ ਨਹਿਰੂ। ਅਤੇ ਇਸ ਤੋਂ ਬਾਅਦ ਉਹਨਾਂ ਦਾ ਦੇਹਾਂਤ ਹੋ ਜਾਂਦਾ 64 ਦੇ ਵਿੱਚ। ਉਸ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਜਿਹੜੇ ਆ ਨਾ ਉਹ ਆ ਜਾਂਦੇ ਹੈਗੇ। ਦੂਸਰੀ ਵਾਰ ਇਹ ਪਾਕਿਸਤਾਨ ਦੇ ਹਮਲੇ ਦੇ ਸਮੇਂ ਦੇ ਉੱਪਰ 3 ਦਸੰਬਰ 1971 ਤੋਂ ਲੈ ਕੇ 27 ਮਾਰਚ 1977 ਦੇ ਸਮੇਂ, ਉਸ ਸਮੇਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀਗੀ। ਉਸ ਸਮੇਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀਗੀ, ਠੀਕ ਹੈ ਜੀ। ਤੀਸਰੀ ਵਾਰ ਜਿਹੜਾ ਹੈ ਇਹ ਅੰਦਰੂਨੀ ਗੜਬੜ ਦੇ ਕਾਰਨ ਕਰਕੇ ਲੱਗਦਾ, ਜੋ ਕਿ 26 ਜੂਨ, ਵੈਸੇ ਤਾਂ 25 ਜੂਨ ਦੀ ਰਾਤ ਨੂੰ ਸ਼ੁਰੂ ਹੋ ਗਿਆ ਸੀ, ਪਰ 26 ਜੂਨ 1975 ਤੋਂ ਲੈ ਕੇ 22 ਮਾਰਚ 1977 ਤੱਕ ਰਹਿੰਦੀ ਹੈਗੀ ਹੈ। ਇਸ ਸਮੇਂ ਵੀ ਜਿਹੜੀ ਸਰਕਾਰ ਸੀਗੀ ਜੀ ਉਹ ਇੰਦਰਾ ਗਾਂਧੀ ਦੀ ਹੀ ਸੀਗੀ। ਤਾਂ ਇਹਨਾਂ ਸਮੇਂ ਦੇ ਵਿੱਚ ਜਿਹੜਾ ਹੈਗਾ ਗਾ ਇਹ ਐਮਰਜੈਂਸੀ ਭਾਰਤ ਦੇ ਵਿੱਚ ਲਾਗੂ ਰਹੀ ਹੈਗੀ। ਓਕੇ, ਨੈਕਸਟ ਹੈ ਜੀ ਦੂਸਰੀ ਐਮਰਜੈਂਸੀ ਪਾਵਰ, ਵਿਧਾਨਕ ਵਿਵਸਥਾ ਦੇ ਅਸਫਲ ਹੋਣ ਦੇ ਕਾਰਨ ਰਾਜਾਂ ਦੇ ਵਿੱਚ ਹੋਇਆ ਸੰਕਟ, ਠੀਕ ਹੈ। ਸੰਵਿਧਾਨਕ ਬੰਦਾ ਇੱਥੇ ਵੈਸੇ ਸੰਵਿਧਾਨਕ, ਠੀਕ ਹੈ, ਸੰਵਿਧਾਨਕ ਸੰਸਥਾ ਦੇ ਅਸਫਲ ਹੋਣ ਦੇ ਉੱਪਰ ਆਰਟੀਕਲ 356 ਦੇ ਅਨੁਸਾਰ ਰਾਜਾਂ ਦੇ ਰਾਜਪਾਲ ਦੀ ਰਿਪੋਰਟ ਦੇ ਉੱਪਰ, ਵੈਰੀ ਇੰਪੋਰਟੈਂਟ, ਰਾਜਾਂ ਦੀ ਰਿਪੋਰਟ ਦੇ ਉੱਪਰ ਜਿਹੜਾ ਹੈ, ਰਾਜਾਂ ਦੇ ਰਾਜਪਾਲ ਦੀ ਰਿਪੋਰਟ ਦੇ ਉੱਪਰ ਜੇਕਰ ਰਾਜਪਾਲ ਇਹ ਕਹਿ ਦਿੰਦਾ ਹੈ ਕਿ ਰਾਜ ਦੇ ਅੰਦਰ ਅਜਿਹੀ ਸਥਿਤੀ ਉਤਪੰਨ ਹੋ ਗਈ ਹੈ ਜਿਸ ਦੇ ਵਿੱਚ ਰਾਜ ਦਾ ਸ਼ਾਸਨ ਸੰਵਿਧਾਨ ਦੇ ਉਪਬੰਧਾਂ ਦੇ ਅਨੁਸਾਰ ਨਹੀਂ ਚਲਾਇਆ ਜਾ ਸਕਦਾ, ਤਾਂ ਰਾਸ਼ਟਰਪਤੀ ਰਾਜ ਉਸ ਦੇ ਵਿੱਚ ਸੰਕਟਕਾਲੀਨ ਘੋਸ਼ਣਾ ਜਿਹੜੀ ਹੈ ਉਹ ਸ਼ੁਰੂ ਕਰ ਸਕਦਾ ਹੈ, ਜਦੋਂ ਕਿਸੇ ਰਾਜ ਦਾ ਜਿਹੜਾ ਸ਼ਾਸਨ ਪ੍ਰਬੰਧ ਸੰਵਿਧਾਨ ਦੇ ਅਨੁਸਾਰ ਨਹੀਂ ਚੱਲ ਰਿਹਾ ਹੋਊਗਾ, ਠੀਕ ਹੈ। ਸੰਸਦ ਦੀ ਪ੍ਰਵਾਨਗੀ, ਇਹਦੇ ਲਈ ਵੀ ਜ਼ਰੂਰੀ ਹੈ ਕਿ ਸੰਸਦ ਦੀ ਪ੍ਰਵਾਨਗੀ ਜ਼ਰੂਰੀ ਹੋਣੀ ਹੈ ਨਾ। ਸੋ ਘੋਸ਼ਣਾ ਸ਼ੁਰੂ ਵਿੱਚ ਕੇਵਲ 2 ਮਹੀਨਿਆਂ ਦੇ ਸਮੇਂ ਲਈ ਹੀ ਲਾਗੂ ਰਹਿੰਦੀ ਹੈਗੀ, ਸਿਰਫ 2 ਮਹੀਨਿਆਂ ਲਈ। ਅਗਰ 2 ਮਹੀਨਿਆਂ ਦੇ ਅੰਦਰ ਸੰਸਦ ਇਸ ਨੂੰ ਪ੍ਰਵਾਨਗੀ ਦੇ ਦਿੰਦੀ ਹੈਗੀ ਹੈ ਤਾਂ ਇਸ ਤੋਂ ਬਾਅਦ ਇਹ 6 ਮਹੀਨਿਆਂ ਤੱਕ ਲਾਗੂ ਰਹਿੰਦੀ ਹੈਗੀ, ਠੀਕ ਹੈ, 6 ਮਹੀਨਿਆਂ ਤੱਕ ਲਾਗੂ ਰਹਿੰਦੀ ਹੈਗੀ ਹੈ। ਅਤੇ ਯਾਦ ਰੱਖਣਾ ਹੈ ਕਿ ਇਸ ਨੂੰ ਹਮੇਸ਼ਾ 6 ਮਹੀਨੇ ਕਰਕੇ ਹੀ ਵਧਾਇਆ ਜਾਂਦਾ ਅਤੇ ਵੱਧ ਤੋਂ ਵੱਧ ਇਸ ਨੂੰ 3 ਸਾਲਾਂ ਤੱਕ ਲਾਗੂ ਰੱਖਿਆ ਜਾ ਸਕਦਾ ਹੈ, ਠੀਕ ਹੈ। 3 ਸਾਲਾਂ ਤੋਂ ਬਾਅਦ ਇਸ ਨੂੰ ਲਾਗੂ ਨਹੀਂ ਰੱਖਿਆ ਜਾਊਗਾ, 6 ਮਹੀਨੇ ਕਰਕੇ ਇਸ ਨੂੰ ਜਿਹੜਾ ਵਧਾਇਆ ਜਾਊਗਾ। ਪਹਿਲੀ ਵਾਰ 2 ਮਹੀਨਿਆਂ ਲਈ ਹੁੰਦਾ, ਪਰ ਸੰਸਦ ਦੀ ਪ੍ਰਵਾਨਗੀ ਜ਼ਰੂਰੀ ਹੈ 2 ਮਹੀਨੇ ਦੇ ਅੰਦਰ। ਜੇਕਰ 2 ਮਹੀਨੇ ਦੇ ਅੰਦਰ ਪ੍ਰਵਾਨਗੀ ਨਹੀਂ ਮਿਲਦੀ ਤਾਂ ਆਟੋਮੈਟਿਕਲੀ ਇਹ ਸਮਾਪਤ ਹੋ ਜਾਊਗਾ, ਠੀਕ ਹੈ। ਆਰਟੀਕਲ 356 ਨੂੰ ਜੇਕਰ ਅੱਗੇ ਜਾਰੀ ਰੱਖਣਾ ਚਾਹੁੰਦੇ, ਮਤਲਬ 6 ਮਹੀਨਿਆਂ ਤੋਂ ਵੀ ਅੱਗੇ ਜੇਕਰ ਜਾਰੀ ਰੱਖਣਾ ਚਾਹੁੰਦੇ ਹੈਗੇ ਤਾਂ ਇਸ ਦੇ ਲਈ ਜ਼ਰੂਰੀ ਹੈ ਕਿ ਦੋ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਨੇ। ਪਹਿਲਾਂ ਤਾਂ ਭਾਰਤ ਦੇ ਵਿੱਚ ਸੰਬੰਧਿਤ ਰਾਜ ਦੇ ਵਿੱਚ ਸੰਕਟਕਾਲੀਨ ਘੋਸ਼ਣਾ ਅਨੁਛੇਦ 356 ਦੇ ਅਧੀਨ ਲਾਗੂ ਹੋਣੀ ਚਾਹੀਦੀ ਹੈ ਪਹਿਲਾਂ ਤੋਂ, ਫਿਰ ਇਹ ਜਾਰੀ ਹੋਵੇਗਾ। ਦੂਜਾ, ਜੇਕਰ ਚੋਣ ਆਯੋਗ ਜਿਹੜਾ ਹੈ, ਇਲੈਕਸ਼ਨ ਕਮਿਸ਼ਨ ਇਹ ਪ੍ਰਮਾਣ ਪੱਤਰ ਦੇ ਦੇਵੇ ਕਿ ਉਸ ਰਾਜ ਦੇ ਵਿੱਚ ਸਧਾਰਨ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ, ਤਾਂ ਇਸ ਦੇ ਕਾਰਨ ਕਰਕੇ ਵੀ ਇਸ ਨੂੰ ਅੱਗੇ ਲਾਗੂ ਰੱਖਿਆ ਜਾ ਸਕਦਾ ਹੈ, 2 ਕੰਡੀਸ਼ਨਾਂ 'ਚ, ਠੀਕ ਹੈ। ਇਸ ਘੋਸ਼ਣਾ ਦਾ ਪ੍ਰਭਾਵ ਕੀ ਹੁੰਦਾ ਹੈ ਕਿ ਰਾਸ਼ਟਰਪਤੀ ਸੰਬੰਧਿਤ ਰਾਜਾਂ ਦੇ ਸਾਰੇ ਜਾਂ ਕੁਝ ਕਾਰਜਕਾਰੀ ਕੰਮ ਆਪਣੇ ਹੱਥ ਵਿੱਚ ਲੈ ਸਕਦਾ ਹੈ ਅਤੇ ਰਾਜਪਾਲ ਨੂੰ ਜਾਂ ਕਿਸੇ ਦੂਸਰੇ ਅਧਿਕਾਰੀ ਨੂੰ ਉਹ ਇਸ ਕੰਮਾਂ ਨੂੰ ਜਿਹੜਾ ਸੌਂਪ ਸਕਦਾ ਹੈਗਾ। ਰਾਸ਼ਟਰਪਤੀ ਉਸ ਰਾਜ ਵਿਧਾਨ ਮੰਡਲ ਨੂੰ ਵੀ ਭੰਗ ਕਰ ਸਕਦਾ ਹੈ ਅਤੇ ਰਾਜ ਦੀਆਂ ਵਿਧਾਨਕ ਸ਼ਕਤੀਆਂ ਜਿਹੜੀਆਂ ਨੇ ਉਹ ਸੰਸਦ ਨੂੰ ਸੌਂਪ ਸਕਦਾ ਹੈ। ਰਾਸ਼ਟਰਪਤੀ ਕਿਸੇ ਰਾਜ ਦੀ ਹਾਈ ਕੋਰਟ ਦੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਆਪਣੇ ਹੱਥ ਵਿੱਚ ਨਹੀਂ ਲੈ ਸਕਦਾ, ਕਿਉਂਕਿ ਇਹ ਨਿਆਂਪਾਲਿਕਾ ਹੈ, ਉਹਦੇ ਵਿੱਚ ਉਹ ਇੰਟਰਫੇਅਰ ਨਹੀਂ ਕਰ ਸਕਦਾ। ਅਤੇ ਰਾਸ਼ਟਰਪਤੀ 19ਵੇਂ ਅਨੁਛੇਦ ਯਾਨੀ ਕਿ ਆਰਟੀਕਲ 19 ਦੇ ਵਿੱਚ ਜੋ ਮੌਲਿਕ ਅਧਿਕਾਰ ਦਿੱਤੇ ਗਏ ਨੇ ਉਹਨਾਂ ਦੇ ਉੱਪਰ ਰੋਕ ਲਗਾ ਸਕਦਾ ਹੈਗਾ। ਓਕੇ, ਯਾਦ ਰੱਖਣਾ ਹੈ ਕਿ ਇਹ ਸੰਕਟਕਾਲੀਨ ਘੋਸ਼ਣਾ ਫਰਵਰੀ 2012 ਦੇ ਤੱਕ 121 ਵਾਰ ਤੱਕ ਜਿਹੜੀ ਇਹ ਲਾਗੂ ਹੋ ਚੁੱਕੀ ਹੈ ਅਤੇ ਇਸ ਨੂੰ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ। ਵਰਤਮਾਨ ਸਮੇਂ ਜਿਹੜਾ ਹੈਗਾ ਜੀ ਇਹ ਮਨੀਪੁਰ ਦੇ ਵਿੱਚ ਲਾਗੂ ਹੈਗੀ। ਇਸ ਤੋਂ ਇਲਾਵਾ ਜਿਹੜਾ ਹੈ ਮਨੀਪੁਰ ਅਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਇਹ ਐਮਰਜੈਂਸੀ ਚੱਲ ਰਹੀ ਹੈਗੀ। ਨੈਕਸਟ ਹੈ ਵਿੱਤੀ ਸੰਕਟਕਾਲੀਨ, ਲਾਸਟ ਫਾਈਨੈਂਸ਼ੀਅਲ ਐਮਰਜੈਂਸੀ। ਆਰਟੀਕਲ 360 ਦੇ ਤਹਿਤ ਜੇਕਰ ਰਾਸ਼ਟਰਪਤੀ ਨੂੰ ਇਹ ਵਿਸ਼ਵਾਸ ਹੋ ਗਿਆ ਜਾਂ ਹੋ ਜਾਵੇ ਕਿ ਅਜਿਹੀ ਸਥਿਤੀ ਉਤਪੰਨ ਹੋ ਗਈ ਹੈ ਜਿਸ ਕਾਰਨ ਕਰਕੇ ਭਾਰਤ ਜਾਂ ਕਿਸੇ ਭਾਗ ਦੇ ਵਿੱਤੀ ਸਥਿਰਤਾ ਜਾਂ ਸਾਖ ਦੇ ਖਤਰੇ ਦੇ ਵਿੱਚ ਹੈ, ਤਾਂ ਉਸ ਸਮੇਂ ਵਿੱਤੀ ਸੰਕਟ ਜਿਹੜਾ ਉਹ ਐਲਾਨਿਆ ਜਾ ਸਕਦਾ ਹੈ। ਖਾਸ ਤੌਰ ਦੇ ਉੱਪਰ ਫਾਈਨਾਂਸ ਦੇ ਨਾਲ ਸੰਬੰਧਿਤ ਹੈ, ਲੈਣ ਦੇਣ ਦੇ ਨਾਲ ਸੰਬੰਧਿਤ ਹੈ, ਰੁਪਈਏ ਦੇ ਨਾਲ, ਠੀਕ ਹੈ। ਜੇਕਰ ਘਾਟ ਵੱਧ ਹੋ ਜਾਂਦੀ ਹੈਗੀ ਹੈ ਤਾਂ ਉਸ ਸਥਿਤੀ ਦੇ ਵਿੱਚ ਰਾਸ਼ਟਰਪਤੀ ਇਸ ਐਮਰਜੈਂਸੀ ਦੀ ਘੋਸ਼ਣਾ ਕਰ ਸਕਦਾ ਹੈ।
ਇੱਥੇ ਵੀ ਸੰਸਦ ਦੀ ਪ੍ਰਵਾਨਗੀ ਜ਼ਰੂਰੀ ਹੈ। ਜੇਕਰ ਸੰਸਦ ਇਸ ਨੂੰ 2 ਮਹੀਨਿਆਂ ਦੇ ਅੰਦਰ ਅੰਦਰ ਪ੍ਰਵਾਨ ਨਾ ਕਰੇ ਤਾਂ ਇਹ ਆਪਣੇ ਆਪ ਸਮਾਪਤ ਹੋ ਜਾਂਦੀ ਹੈਗੀ ਅਤੇ ਜੇਕਰ ਸੰਸਦ ਇਸ ਨੂੰ 2 ਮਹੀਨਿਆਂ ਦੇ ਵਿੱਚ ਪ੍ਰਵਾਨ ਕਰ ਦਿੰਦੀ ਤਾਂ ਅੱਗੇ ਜਿਹੜਾ ਇਹ ਚੱਲਦੀ ਰਹਿੰਦੀ ਹੈਗੀ। ਠੀਕ ਹੈ, ਇਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ 2 ਮਹੀਨੇ ਤੱਕ ਹੀ ਲਾਗੂ ਰਹਿੰਦੀ ਹੈ ਜ਼ਿਆਦਾਤਰ। ਠੀਕ ਹੈ ਜੀ। ਘੋਸ਼ਣਾ ਦੇ ਪ੍ਰਭਾਵ। ਰਾਸ਼ਟਰਪਤੀ ਸਭ ਕਰਮਚਾਰੀਆਂ ਦੀ ਜਿਹੜੀਆਂ ਤਨਖਾਹਾਂ ਨੇ ਉਹ ਘੱਟ ਕਰਨ ਦਾ ਆਦੇਸ਼ ਇੱਥੇ ਜਾਰੀ ਕਰ ਸਕਦਾ ਹੈ, ਕਿਉਂਕਿ ਪੈਸੇ ਦੀ ਦਿੱਕਤ ਆਈ ਹੈਗੀ ਆ, ਜਾਂ ਫਿਰ ਰਾਸ਼ਟਰਪਤੀ ਵਿਧਾਨ ਮੰਡਲਾਂ ਦੁਆਰਾ ਪਾਸ ਕੀਤੇ ਧਨ ਬਿੱਲ ਨੂੰ ਆਪਣੀ ਮਨਜ਼ੂਰੀ ਦੇ ਲਈ ਭੇਜੇ ਜਾਣ ਦਾ ਆਦੇਸ਼ ਦੇ ਸਕਦਾ, ਯਾਨੀ ਕਿ ਧਨ ਬਿੱਲ ਨੂੰ ਆਪਣੇ ਕੋਲੇ ਮੰਗਵਾ ਸਕਦਾ ਹੈ। ਤੇ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਕਿ ਆਰਟੀਕਲ 360 ਅੱਜ ਤੱਕ ਭਾਰਤ ਦੇ ਵਿੱਚ ਲਾਗੂ ਨਹੀਂ ਹੋਇਆ। ਬੇਸ਼ੱਕ ਬਹੁਤ ਵਾਰੀ ਅਜਿਹਾ ਸੰਕਟ ਪੈਦਾ ਹੋ ਚੁੱਕਿਆ ਹੈ, ਪਰ ਹਾਲੇ ਤੱਕ ਵਿੱਤੀ ਜਿਹੜੀ ਹੈ ਕਹਿ ਸਕਦੇ ਐਮਰਜੈਂਸੀ ਭਾਰਤ ਦੇ ਵਿੱਚ ਉਹ ਲਾਗੂ ਨਹੀਂ ਹੋਈ ਹੈਗੀ। ਓਕੇ, ਸੋ ਇਹ ਸੀਗੇ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਕੁਝ ਸ਼ਕਤੀਆਂ, ਜਿਹਦੇ ਵਿੱਚ ਵੀਟੋ ਪਾਵਰ ਅਤੇ ਸੰਕਟਕਾਲੀਨ ਘੋਸ਼ਣਾਵਾਂ ਨੂੰ ਆਪਾਂ ਡਿਸਕਸ ਕੀਤਾ ਹੈ। ਨੈਕਸਟ ਪਾਰਟ ਦੇ ਵਿੱਚ ਰਾਸ਼ਟਰਪਤੀ ਦੇ ਨਾਲ ਸੰਬੰਧਿਤ ਸਾਰੇ ਫੈਕਟਰ ਜਿਹੜੇ ਉਹ ਕਵਰ ਕਰ ਲਵਾਂਗੇ ਅਤੇ ਇਸ ਤੋਂ ਬਾਅਦ ਆਪਣਾ ਚੈਪਟਰ ਸਮਾਪਤ ਹੋ ਜਾਵੇਗਾ। ਠੀਕ ਹੈ, ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਅਤੇ ਪਲੇ ਸਟੋਰ ਤੋਂ ਤੁਸੀਂ ਰਮਨ ਇੰਸਟੀਚਿਊਟ ਦੀ ਐਪ ਨੂੰ ਡਾਊਨਲੋਡ ਕਰਕੇ ਇਹਨਾਂ ਥਿਓਰੀ ਕਲਾਸਿਸ ਨੂੰ ਦੇਖ ਸਕਦੇ ਹੈਗੇ ਹੋ। ਓਕੇ ਜੀ, ਥੈਂਕ ਯੂ ਸੋ ਮਚ ਜੀ। ਸੋ ਨੈਕਸਟ ਮਿਲਦੇ ਹਾਂ ਅਗਲੇ ਸੈਸ਼ਨ 'ਚ।